ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਪਿਆਰੇ, ਗੁਰੂ ਸਵਾਰੇ, ਸਤ ਸੰਗਿਓ, ਅੱਜ ਦੀ ਸਵਾਲ ਜਵਾਬ ਦੀ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਸਿੱਖ ਮਿਸ਼ਨਰੀ ਕਾਲਜ ਵੱਲੋਂ ਹਫ਼ਤੇ ਵਿੱਚ 6 ਦਿਨ ਇਹ ਜੋ ਕਲਾਸ ਲਗਾਈ ਜਾਂਦੀ ਹੈ, ਮੁੱਖ ਪ੍ਰਯੋਜਨ ਗੁਰਮਤਿ ਸਿੱਖ ਕੇ ਅਸੀਂ ਸਿਖਾਉਣੀ ਹੈ। ਜੋ ਕੁਝ ਅਸੀਂ ਸਿੱਖਿਆ ਹੈ, ਜੋ ਕੁਝ ਗੁਰੂ ਨੇ ਬਖਸ਼ਿਸ਼ ਕੀਤੀ ਹੈ, ਜੋ ਅਸੀਂ ਸਿੱਖ ਰਹੇ ਹਾਂ, ਉਹ ਬਾਕੀਆਂ ਨਾਲ ਸਾਂਝਾ ਕਰਨਾ। ਤਦ ਕਿ ਜੋ ਅਸੀਂ ਸਿੱਖਿਆ, ਗੁਰੂ ਨੇ ਸਾਡੇ ਤੇ ਰਹਿਮਤ ਕੀਤੀ ਹੈ, ਅਸੀਂ ਅੱਗੇ ਵੀ ਸਿਖਾ ਸਕੀਏ। ਦੀਵਾ ਜਗਦਿਆਂ ਦੀਵਿਆਂ ਤੋਂ ਜਗਦਾ। ਗੁਰੂ ਕਿਰਪਾ ਕਰੇ, ਅਸੀਂ ਰੋਸ਼ਨੀ ਲਈ ਉਹ ਰੋਸ਼ਨੀ ਆਪ ਜੀ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਵਾਲ ਜਵਾਬ ਦਾ ਸੈਸ਼ਨ ਵੀਰ ਰਾਜਾ ਸਿੰਘ ਜੀ ਚਲਾ ਰਹੇ ਹਨ। ਮੈਂ ਬੇਨਤੀ ਕਰ ਰਿਹਾ ਹਾਂ ਵੀਰ ਰਾਜਾ ਸਿੰਘ ਜੀ ਨੂੰ ਅੱਜ ਦਾ ਇਹ ਸੈਸ਼ਨ ਆਰੰਭ ਕਰਨ। ਵੀਰ ਰਾਜਾ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਉਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਅੱਜ ਦੇ ਪ੍ਰੋਗਰਾਮ ਜੀ ਆਇਆਂ। ਤੋ ਅੱਜ ਸੋਮਵਾਰ, ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ, ਸਾਡਾ ਇਹ ਹਫ਼ਤਾਵਾਰੀ ਪ੍ਰੋਗਰਾਮ ਭਾਵ ਕੁਐਸਚਨ ਆਨਸਰਸ ਦਾ। ਤੋ ਸੰਗਤ ਵੱਲੋਂ ਆਏ ਕੁਐਸਚਨ ਵਿਚਾਰਨ ਤੋਂ ਬਾਅਦ ਅਸੀਂ ਆਪ ਜੀ ਦੇ ਸਨਮੁਖ ਹਾਜ਼ਰ ਹਾਂ ਜੀ। ਤੋ ਸਵਾਲ ਜਿਹੜੇ ਅੱਜ ਆਏ ਨੇ ਸਾਡੇ ਕੋਲ, ਉਹ ਵੱਖ-ਵੱਖ ਵਿਸ਼ਿਆਂ ਤੇ ਨੇ। ਗੁਰਬਾਣੀ ਦੇ ਔਰ ਇਤਿਹਾਸ ਨਾਲ ਸੰਬੰਧਿਤ ਔਰ ਕੁਝ ਉਚਾਰਨ ਦੇ ਸੰਬੰਧ ਵਿੱਚ, ਜਾਂ ਕੁਝ ਜਿਹੜੇ ਪ੍ਰਚਲਿਤ ਸ਼ਬਦ ਨੇ ਉਹਨਾਂ ਬਾਰੇ ਇਹ ਸਾਡੇ ਕੋਲ ਸ਼ਬਦ ਹਨ। ਤੋ ਆਓ ਸਤ ਸੰਗਿਓ, ਆਪਾਂ ਇਹਨਾਂ ਸ਼ਬਦਾਂ ਦੀ ਵਿਚਾਰ ਕਰੀਏ। ਤੋ ਕੋਸ਼ਿਸ਼ ਤਾਂ ਕੀਤੀ ਜਾਂਦੀ ਹੈ ਸਾਰੇ ਪੈਨਲ ਮੈਂਬਰ ਜਿਹੜੇ ਰਲ ਕੇ, ਕਿ ਅਸੀਂ ਆਪ ਵੱਲੋਂ ਭੇਜੇ ਸਵਾਲ ਦਾ ਜਿਹੜਾ ਵੀ ਪ੍ਰੋਪਰ ਉੱਤਰ ਹੋ ਸਕਦਾ, ਜਿੰਨਾ ਸਾਡੀ ਬੁੱਧੀ ਅਨੁਸਾਰ ਸਾਨੂੰ ਲੱਭਦਾ, ਉਹ ਅਸੀਂ ਆਪ ਦੇ ਸਾਹਮਣੇ ਲੈ ਕੇ ਆਉਂਦੇ ਹਾਂ। ਔਰ ਇਹਦੇ 'ਚ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਨੂੰ ਫੀਡਬੈਕ ਦਿਓਗੇ, ਕਿਉਂਕਿ ਉਹ ਸਾਨੂੰ ਸਹਾਇਤਾ ਕਰਦੀ ਹੈ, ਸਾਡੀ ਵੀ ਨੌਲੇਜ ਵਿੱਚ ਵਾਧਾ ਕਰਦੀ ਹੈ। ਤੋ ਕਿਰਪਾ ਕਰਕੇ ਆਪ ਜੀ ਨੇ ਸਵਾਲਾਂ ਨੂੰ ਸੁਣਨ ਤੋਂ ਬਾਅਦ, ਉੱਤਰ ਸੁਣਨ ਤੋਂ ਬਾਅਦ, ਜੋ ਸਵਾਲ ਜਵਾਬ ਦਾ ਸੈਸ਼ਨ ਹੈ, ਇਹ ਕਿਵੇਂ ਕਰਨ, ਜਿਹੜੇ ਅੰਤ ਵਿੱਚ ਸਵਾਲ ਜਵਾਬ ਲਏ ਜਾਂਦੇ ਨੇ, ਉਹਨਾਂ 'ਚ ਆਪ ਜੀ ਨੇ ਜ਼ਰੂਰ ਸਾਨੂੰ ਫੀਡਬੈਕ ਵੀ ਦੇਣੀ, ਔਰ ਤਾਂ ਜੇ ਅਸੀਂ ਆਪਣੀ ਹੋਰ ਇੰਪਰੂਵਮੈਂਟ ਕਰ ਸਕੀਏ। ਤੋ ਸਤ ਸੰਗਤ ਜੀ, ਜਿਹੜਾ ਪਹਿਲਾ ਸਵਾਲ ਹੈ ਉਹ ਸਰ ਸੁਰਜੀਤ ਸਿੰਘ ਜੀ ਅੰਮ੍ਰਿਤਸਰ ਤੋਂ। ਉਹ ਕਹਿੰਦੇ ਨੇ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨ ਮਾਨੋ। ਬਈ ਇੱਕ ਪਾਸੇ ਤਾਂ ਇਹ ਆਪਾਂ ਪੜ੍ਹਦੇ ਹਾਂ, ਤੇ ਦੂਸਰੇ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ ਕਿ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਉਹਨਾਂ ਦਾ ਸਵਾਲ ਇਹ ਹੈ ਜੀ ਕਿ ਅਗਰ ਪਹਿਲੀ ਤੁਕ ਵਿੱਚ ਲਿਖਿਆ ਕਿ ਇਹਨਾਂ ਨੂੰ ਨਹੀਂ ਮੰਨਦੇ, ਤੇ ਦੂਸਰੀ ਵਿੱਚ ਲਿਖਿਆ ਕਿ ਇਹਨਾਂ ਨੂੰ ਝੂਠੇ ਨਾ ਕਹੋ, ਬਈ ਇਹਨਾਂ ਦੋਨਾਂ ਦਾ ਕੀ ਭੇਦ ਹੈ। ਮੈਂ ਬੇਨਤੀ ਕਰ ਰਿਹਾ ਵੀਰ ਤੇਜਿੰਦਰ ਸਿੰਘ ਜੀ ਨੂੰ ਕਿ ਉਹ ਕਿਰਪਾ ਕਰਕੇ ਸਾਨੂੰ ਇਹਦੇ ਬਾਰੇ ਖੋਲ੍ਹ ਕੇ ਚਾਨਣਾ ਪਾਉਣ, ਤਾਂ ਜੇ ਕੋਈ ਸ਼ੱਕ ਦੀ ਗੁੰਜਾਇਸ਼ ਨਾ ਰਹੇ, ਜਾਂ ਜਿਹੜੇ ਸਵਾਲ ਕਰਤਾ ਨੇ ਉਹਨਾਂ ਦੇ ਮਨ ਵਿੱਚ ਕਿਹੜੀ ਗੱਲ ਹੈ, ਹੋ ਸਕਦਾ ਤੁਹਾਡੇ ਉੱਤਰ ਦੇ ਨਾਲ ਉਹਨਾਂ ਦੀ ਤਸੱਲੀ ਹੋ ਜਾਏ। ਵੀਰ ਤੇਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸੁਰਜੀਤ ਸਿੰਘ ਜੀ ਨੇ ਇੱਕ ਬਹੁਤ ਹੀ ਇੰਪੋਰਟੈਂਟ ਜਿਹੜਾ ਹੈ ਉਹ ਕੁਐਸਚਨ ਰੇਜ਼ ਕੀਤਾ ਹੈ, ਔਰ ਗਾਏ ਬਗਾਏ ਕਈ ਵਾਰੀ ਇਹ ਜਿਹੜੇ ਹਨ, ਇਹੋ ਜਿਹੇ ਕੁਐਸਚਨ ਜਿਹੜੇ ਹਨ ਉਹ ਰੇਜ਼ ਹੁੰਦੇ ਹਨ ਮਨ ਦੇ ਅੰਦਰ, ਕਿ ਜਦੋਂ ਦੋ ਅਲੱਗ-ਅਲੱਗ ਪੰਕਤੀਆਂ ਦੀ ਸਮਝ ਸਾਨੂੰ ਥੋੜ੍ਹੀ ਜਿਹੀ ਅਲੱਗ ਤਰੀਕੇ ਨਾਲ ਆਉਂਦੀ ਹੈ, ਲੇਕਿਨ ਜਿਹੜੀ ਗੁਰਮਤਿ ਦੀ ਵਿਚਾਰਧਾਰਾ ਹੈ ਉਹ ਬਿਲਕੁਲ ਸਪਸ਼ਟ ਹੈ। ਜੋ ਗੁਰਬਾਣੀ ਦੀ ਅਗਵਾਈ ਆ ਉਹ ਸਾਨੂੰ ਬਿਲਕੁਲ ਸਪਸ਼ਟ ਹੈ। ਅਸੀਂ ਇਹ ਦੇਖਦੇ ਹਾਂ ਕਿ ਜਦੋਂ ਅਸੀਂ ਇਹ ਗੱਲ ਕਰਦੇ ਹਾਂ
कि राम रहीम पुराण कुरान अनेक कहे मत एक न मान्यो। तो इथों ये गल सानू स्पष्ट हुंदी है कि ਜਿਹੜੇ ਦੂਸਰੇ ਮਤਾਂ ਵਾਲੇ ਜਿਹੜੇ ਵਿਚਾਰ ਸਾਨੂੰ ਦਿੰਦੇ ਹਨ ਉਹ ਆਪਣੇ ਥਾਂ ਦੇ ਉੱਪਰ ਉਹ ਠੀਕ ਹੋਣਗੇ, ਲੇਕਿਨ ਜੇ ਸਿੱਖ ਪੁਆਇੰਟ ਆਫ ਵਿਊ ਤੋਂ ਦੇਖਿਆ ਜਾਏ ਤੇ ਜੋ ਵਿਚਾਰ ਸਾਡੇ ਸਾਨੂੰ ਮੂਲ ਮੰਤਰ ਤੋਂ ਜਪਜੀ ਸਾਹਿਬ ਦੇ ਵਿੱਚੋਂ ਅਕਾਲ ਪੁਰਖ ਦਾ ਸਰੂਪ ਸਾਨੂੰ ਦਰਸਾਇਆ ਜਾਂਦਾ ਹੈ, ਉਸ ਨੂੰ ਅਗਰ ਦੇਖਿਆ ਜਾਏ ਤਾਂ ਅਸੀਂ ਉਹ ਜਿਹੜੇ ਵਿਚਾਰ ਉਹਨਾਂ ਮਤਾਂ ਮਤਾਂਤਰਾਂ ਦੇ ਵਿੱਚ ਆਉਂਦੇ ਹਨ ਉਹਨਾਂ ਨੂੰ ਜਿਹੜੇ ਅਸੀਂ ਸਵੀਕਾਰ ਨਹੀਂ ਕਰਦੇ, ਉਹਨਾਂ ਨੂੰ ਆਪਣਾ ਮਤ ਨਹੀਂ ਮੰਨਦੇ। ਲੇਕਿਨ ਸਿਮਰਤ ਸ਼ਾਸਤਰ ਵੇਦ ਸਭੇ ਬਹੁ ਭੇਦ ਕਹੇ ਹਮ ਏਕ ਨਾ ਜਾਣਿਓ, ਇਹ ਚੌਪਾਈ ਦੇ ਵਿੱਚ ਅੱਗੇ ਹੈ ਕਿ ਉਹ ਬਹੁਤ ਸਾਰੇ ਭੇਦਾਂ ਦੀ ਗੱਲ ਕਰਦੇ ਹਨ, ਲੇਕਿਨ ਜੋ ਗੁਰਮਤ ਹੈ ਉਹ ਸ਼ਾਰਟਕਟ ਹੈ, ਸ਼ਾਰਟ ਮਾਰਗ ਹੈ, ਔਰ ਉਹ ਲੇਟੈਸਟ ਜਿਹੜੀ ਹੈ ਸੋਚ ਗੁਰੂਆਂ ਨੇ ਭਗਤਾਂ ਨੇ ਸਾਡੇ ਸਾਹਮਣੇ ਰੱਖੀ ਹਨ। ਤੋ ਇਹ ਜੋ ਪੰਕਤੀ ਜਿਹੜੀ ਉਹਨਾਂ ਨੇ ਵੀਰ ਜੀ ਨੇ ਦੱਸੀ ਹੈ ਉਸ ਨੂੰ ਅਗਰ ਅਸੀਂ ਧਿਆਨ ਵਿੱਚ ਰੱਖਦੇ ਹਾਂ ਕਿ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ, ਇਹ ਇੱਕ ਮਾਈਲਸਟੋਨ ਹੈ ਜਿਹੜੀ ਸਾਡੀ ਗੁਰਮਤ ਦੀ ਕਸੌਟੀ ਹੈ ਕਿ ਅਸੀਂ ਆਪਣੇ ਜਿਹੜੇ ਵਿਚਾਰ ਹਨ ਜੋ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਪ੍ਰਾਪਤ ਹੁੰਦੇ ਹਨ, ਅਸੀਂ ਉਸ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ ਹੈ, ਉਸ ਨੂੰ ਹੀ ਅਸੀਂ ਆਪਣੇ ਜੀਵਨ ਦਾ ਜਿਹੜਾ ਹੈ ਮੁੱਖ ਉਦੇਸ਼ ਮੰਨਣਾ ਹੈ। ਜਿਵੇਂ ਸਾਨੂੰ ਹਦਾਇਤ ਹੈ ਕਿ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ, ਤੇ ਜਿੱਥੋਂ ਅਸੀਂ ਪੂਜਾ ਦੀ ਗੱਲ ਕਰਨੀ ਹੈ ਤਾਂ ਅਨੇਕਾਂ ਵਿਧੀਆਂ ਜਿਹੜੀਆਂ ਹਨ ਉਹ ਵੇਦਾਂ ਕਿਤਾਬਾਂ ਦੇ ਅੰਦਰ ਜਿਹੜੀਆਂ ਲਿਖੀਆਂ ਹੋਈਆਂ ਹਨ, ਜਿਹੜੀਆਂ ਕਿ ਸਾਡੇ ਗੁਰਮਤ ਦੇ ਅਨੁਸਾਰ ਜਿਹੜੀਆਂ ਉਹ ਅਨੁਕੂਲ ਨਹੀਂ ਬਣਦੀਆਂ, ਤੇ ਇਸ ਕਰਕੇ ਉਹਨਾਂ ਨੂੰ ਮਤਾਂ ਨੂੰ ਅਸੀਂ ਝੂਠਾ ਨਹੀਂ ਕਹਿਣਾ। ਇੱਥੇ ਜਿਹੜੀ ਝੂਠਾ ਅੰਡਰਲਾਈਨ ਜਿਹੜੀ ਗੱਲ ਕੀਤੀ ਹੈ ਕਬੀਰ ਸਾਹਿਬ ਨੇ ਕਿ ਅਸੀਂ ਉਸ ਨੂੰ ਝੂਠਾ ਨਹੀਂ ਕਹਿੰਦੇ, ਅਸੀਂ ਕਹਿੰਦੇ ਹਾਂ ਕਿ ਜੋ ਉਹਨਾਂ ਮਤਾਂ ਮਤਾਂਤਰਾਂ ਵਾਸਤੇ ਲਿਖਿਆ ਉਹ ਉਹਨਾਂ ਵਾਸਤੇ ਠੀਕ ਹੋਏਗਾ, ਉਹ ਉਹਨੂੰ ਫਾਲੋ ਕਰਨ। ਅਗਰ ਕੋਈ ਹਿੰਦੂ ਮਤ ਨੂੰ ਮੰਨਣ ਵਾਲਾ ਹੈ ਤਾਂ ਉਹ ਇੱਕ ਚੰਗਾ ਹਿੰਦੂ ਬਣੇ, ਆਪਣੇ ਸ਼ਾਸਤਰਾਂ ਵਿਦਿਆ ਨੂੰ ਪੜ੍ਹੇ, ਉਹਨੂੰ ਸਟੱਡੀ ਕਰੇ। ਜੇ ਕੋਈ ਕ੍ਰਿਸਚਨ ਹੈ ਤੇ ਆਪਣੀ ਬਾਈਬਲ ਨੂੰ ਪੜ੍ਹੇ, ਉਹਦੇ ਅਨੁਸਾਰ ਆਪਣਾ ਜੀਵਨ ਬਣਾਏ। ਮੁਸਲਮਾਨ ਹੈ ਤਾਂ ਕੁਰਾਨ ਨੂੰ ਪੜ੍ਹੇ, ਉਹਦੇ ਮੁਤਾਬਕ ਆਪਣਾ ਜੀਵਨ ਬਤੀਤ ਕਰੇ। ਲੇਕਿਨ ਕਿਸੇ ਦੀ ਧਾਰਮਿਕ ਪੁਸਤਕ ਨੂੰ ਸਿਰਫ ਇਸ ਕਰਕੇ ਨਿੰਦਣਾ ਕਿ ਉਹ ਕਿਸੇ ਹੋਰ ਦੇ ਮਤ ਦੀ ਹੈ, ਇਹ ਗੁਰਮਤ ਜਿਹੜੀ ਹੈ ਉਹ ਸਾਨੂੰ ਟੀਚ ਨਹੀਂ ਕਰਦੀ, ਉਹ ਸਾਨੂੰ ਨਹੀਂ ਸਿਖਾਉਂਦੀ। ਸਾਨੂੰ ਇਹ ਹੈ ਕਿ ਅਸੀਂ ਆਪਣੇ ਧਰਮ ਪੁਸਤਕ ਦਾ, ਆਪਣੀ ਗੁਰਬਾਣੀ ਦਾ ਆਦਰ ਸਤਿਕਾਰ ਕਰੀਏ ਤੇ ਉਹਨੂੰ ਹੀ ਅਸੀਂ ਆਪਣੇ ਜੀਵਨ ਦਾ ਆਧਾਰ ਬਣੀਏ। ਸਾਡੀ ਜੀਵਨ ਜਾਂਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਅੰਕਿਤ ਹੈ ਕਿ ਅਸੀਂ ਗੁਰਸਿੱਖ ਨੇ ਆਪਣਾ ਜੀਵਨ ਕਿਵੇਂ ਬਤੀਤ ਕਰਨਾ ਹੈ। ਤੋ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਅਸੀਂ ਜਿਹੜੇ ਵੀ ਉਸ ਵੇਦਾਂ ਕਤੇਬਾਂ ਨੂੰ ਮੰਨਣ ਵਾਲੇ ਹਨ ਉਹਨਾਂ ਨੂੰ ਕਬੀਰ ਸਾਹਿਬ ਉਪਦੇਸ਼ ਦੇ ਰਹੇ ਹਨ ਕਿ ਇਹ ਹਿੰਦੂ ਤੇ ਮੁਸਲਮਾਨ ਵੀਰੋ, ਵੇਦਾਂ ਜਾਂ ਕੁਰਾਨ ਆਦਿਕ ਇੱਕ ਦੂਜੇ ਦੀਆਂ ਧਰਮ ਪੁਸਤਕਾਂ ਨੂੰ ਝੂਠੀਆਂ ਨਾ ਆਖੋ। ਝੂਠਾ ਤਾਂ ਉਹ ਬੰਦਾ ਹੈ ਜੋ ਇਹਨਾਂ ਧਰਮ ਪੁਸਤਕਾਂ ਦੀ ਵਿਚਾਰ ਨਹੀਂ ਕਰਦਾ। ਤੋਂ ਭਾਵ ਇਹ ਜਿਹੜੀ ਕਬੀਰ ਸਾਹਿਬ ਦੇ ਸਮੇਂ ਦੇ ਅੰਦਰ ਇਹ ਆਮ ਗੱਲ ਸੀਗੀ ਕਿ ਜਿੱਥੇ ਉਹ ਬਨਾਰਸ ਵਿੱਚ ਰਹਿੰਦੇ ਸਨ ਔਰ ਮਗਰ ਵਿੱਚ ਵੀ ਰਹੇ ਹਨ, ਉਹ ਦੋਨੋਂ ਹੀ ਜਿਹੜੇ ਹਨ ਇਲਾਕਿਆਂ ਦੇ ਅੰਦਰ ਹਿੰਦੂ ਔਰ ਮੁਸਲਮਾਨਾਂ ਦੀ ਜਿਹੜੀ ਪਾਪੂਲੇਸ਼ਨ ਹੈ ਉਹ ਕਾਫੀ ਸੀਗੀ, ਔਰ ਬੜੇ ਉਹਨਾਂ ਦੇ ਜਿਹੜੇ ਧਰਮ ਗੁਰੂ ਸਨ, ਜਿਹੜੇ ਮੌਲਾਨੇ ਸਨ ਔਰ ਜਿਹੜੇ ਪੰਡਤ ਸਨ, ਉਹ ਵੱਡੀ ਤਾਦਾਦ ਵਿੱਚ ਉੱਥੇ ਰਹਿੰਦੇ ਸਨ। ਤੋਂ ਉਹਨਾਂ ਦਾ ਆਪਸ ਵਿੱਚ ਖਹਿਬੜਨਾ, ਆਪਸ ਵਿੱਚ ਵਿਚਾਰਾਂ ਕਰਨੀਆਂ ਔਰ ਵਿਚਾਰਾਂ ਕਰਦਿਆਂ ਕਰਦਿਆਂ ਇੱਕ ਦੂਜੇ ਦੇ ਧਰਮ ਪੁਸਤਕਾਂ ਦੇ ਵਿੱਚੋਂ ਉਹਨੂੰ ਝੂਠਾ ਦਿਖਾਣਾ, ਉਹਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਨੀ। ਤੋਂ ਉਸ ਦੇ ਸੰਦਰਭ ਦੇ ਵਿੱਚ ਕਬੀਰ ਸਾਹਿਬ ਨੇ ਉਹਨਾਂ ਦੇ ਜਿਹੜੇ ਹਨ ਮੁਖਾਤਬ ਕੀਤਾ ਉਹਨਾਂ ਦੋਨਾਂ ਨੂੰ, ਭਾਈ ਤੁਸੀਂ ਆਪਣੇ ਆਪਣੇ ਧਰਮ ਨੂੰ ਫਾਲੋ ਕਰੋ, ਆਪਣੇ ਧਰਮ ਦੀ ਗੱਲ ਕਰੋ। ਤੁਸੀਂ ਇੱਕ ਦੂਜੇ ਦੀ ਜਿਹੜੀ ਕਿਤਾਬਾਂ ਨੇ, ਧਾਰਮਿਕ ਪੁਸਤਕਾਂ ਨੇ, ਉਹਨਾਂ ਨੂੰ ਤੁਸੀਂ ਨਿੰਦਣ ਦੀ ਗੱਲ ਨਾ ਕਰੋ। ਝੂਠਾ ਤੇ ਉਹ ਹੋ ਗਿਆ ਕਿ ਜਿਹਨੇ ਆਪਣੀ ਪੁਸਤਕ ਪੜ੍ਹੀ ਤੇ ਉਹਨੂੰ ਵਿਚਾਰਿਆ ਨਾ, ਉਸ ਅਨੁਸਾਰ ਆਪਣਾ ਜੀਵਨ ਨਾ ਬਣਾਇਆ। ਤੇ ਇਹੀ ਬਹਿਸ ਮੁਬਾਸੇ ਦੇ ਵਿੱਚ ਪੈ ਰਿਹਾ। ਖੋਜੀ ਉਪਜੇ ਬਾਦੀ ਬਿਨਸੇ ਹੋਂ ਬਲ ਬਲ ਗੁਰੂ ਕਰਤਾ, ਕਿ ਜਿਹੜਾ ਖੋਜੀ ਹੈ ਉਹਦਾ ਤੇ ਵਿਕਾਸ ਹੁੰਦੀ, ਉਹਦੀ ਡਿਵੈਲਪਮੈਂਟ ਹੁੰਦੀ, ਉਹਨੂੰ ਸਮਝ ਆਉਂਦੀ ਹੈ ਵਿਚਾਰ ਕਰਕੇ। ਜਿਵੇਂ ਸਿੱਖ ਗੁਰੂਆਂ ਨੇ, ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਸਿੱਧ ਗੋਸ਼ਟ ਕੀਤੀ ਹੈ, ਹੋਰ ਜਾ ਕੇ ਮੁਸਲਮਾਨਾਂ ਦੇ ਧਾਰਮਿਕ ਸਥਾਨਾਂ ਦੇ ਉੱਪਰ, ਹਿੰਦੂਆਂ ਦੇ ਧਰਮ ਸਥਾਨਾਂ ਦੇ ਉੱਪਰ ਜੋਗੀਆਂ ਦੇ, ਸਿੱਧਾਂ ਦੇ ਨਾਲ ਜਾ ਕਰਕੇ ਵਿਚਾਰ ਕੀਤੀ ਹੈ। ਲੇਕਿਨ ਉਹਨਾਂ ਨੇ ਆਪਣੇ ਮਤ ਦੀ ਗੱਲ ਕੀਤੀ ਹੈ, ਉਹਨਾਂ ਨੇ ਕਿਸੇ ਦੀ ਨਿੰਦਾ ਜਾਂ ਕਿਸੇ ਨੂੰ ਛੁਟਿਆਉਣ ਦੀ ਗੱਲ ਨਹੀਂ ਕੀਤੀ ਹੈ। ਤੋਂ ਉਹਨਾਂ ਨੇ ਇਹ ਗੱਲ ਕਹੀ ਵੀ ਜੇ ਸਾਰੇ ਮਤ ਇਹ ਕਹਿੰਦੇ ਹਨ ਕਿ ਸਾਰੇ ਹੀ ਰੱਬ ਨੂੰ ਮੰਨਣ ਵਾਲੇ ਹਨ, ਤੇ ਫਿਰ ਬਹਿਸ ਮੁਬਾਸੇ ਦਾ ਜਿਹੜਾ ਹੈ ਉਹ ਕੋਈ ਕਾਰਨ ਨਹੀਂ ਬਣਦਾ। ਤੋਂ ਇੱਥੋਂ ਇਹ ਗੱਲ ਸਾਨੂੰ ਸਪਸ਼ਟ ਹੋ ਜਾਂਦੀ ਹੈ
ਕਿ ਜਿਹੜੀ ਪੰਕਤੀ ਰਾਮ ਰਹੀਮ ਪੁਰਾਣ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ ਦੀ ਗੱਲ ਹੈ, ਜੋ ਉਸ ਦਾ ਇਹ ਸਾਨੂੰ ਵਿਚਾਰ ਹੈ ਕਿ ਜੋ ਉਹਨਾਂ ਦੇ ਧਰਮ ਦੇ ਅੰਦਰ ਲਿਖਿਆ ਹੈ ਉਹ ਉਹਨਾਂ ਨੂੰ ਮੁਬਾਰਕ ਹੈ, ਤੇ ਜੋ ਸਾਡੇ ਧਰਮ ਦੇ ਅੰਦਰ ਲਿਖਿਆ ਹੈ ਉਹ ਸਾਨੂੰ ਮੁਬਾਰਕ ਹੈ। ਇਹਦੇ ਬਾਰੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਬਾਦਸ਼ਾਹ ਦੇ ਨਾਲ ਮੁਲਾਕਾਤ ਹੋਈ, ਬਾਦਸ਼ਾਹ ਬਹਾਦਰ ਸ਼ਾਹ ਦੇ ਨਾਲ, ਤਾਂ ਉਹਨਾਂ ਨੇ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਪੁੱਛਿਆ ਸੀਗਾ ਕਿ ਤੁਹਾਡਾ ਮਤ ਕਿਸ ਤਰ੍ਹਾਂ ਦਾ ਹੈ, ਤੁਸੀਂ ਆਪਣੇ ਮਤ ਨੂੰ ਕਿਸ ਤਰ੍ਹਾਂ ਡਿਸਕ੍ਰਾਈਬ ਕਰਦੇ ਹੋ ਸਾਡੇ ਇਸਲਾਮ ਦੇ ਕੰਟੈਕਸਟ ਦੇ ਵਿੱਚ। ਤੇ ਉਹਨਾਂ ਨੇ ਬੜੇ ਖੂਬਸੂਰਤ ਲਫ਼ਜ਼ਾਂ ਦੇ ਅੰਦਰ ਕਿਹਾ ਸੀਗਾ ਕਿ ਤੁਮਾਰਾ ਤੁਮਕੋ ਮੁਬਾਰਕ ਔਰ ਹਮਾਰਾ ਹਮਕੋ ਮੁਬਾਰਕ, ਕਿ ਮੈਂ ਇਸ ਬਹਿਸ ਵਿਵਾਸੇ ਵਿੱਚ ਨਹੀਂ ਪੈਣਾ ਚਾਹੁੰਦਾ ਕਿ ਕਿਹੜਾ ਚੰਗਾ ਹੈ ਔਰ ਕਿਹੜਾ ਮਾੜਾ ਹੈ। ਅਸਲ ਵਿੱਚ ਜਿਹਦਾ ਜੀਵਨ ਉੱਚਾ ਹੈ ਉਹ ਹੀ ਉੱਚਾ ਹੈ, ਨਾ ਕੋਈ ਹਿੰਦੂ ਉੱਚਾ ਹੈ ਤੇ ਨਾ ਕੋਈ ਮੁਸਲਮਾਨ ਉੱਚਾ ਹੈ ਤੇ ਨਾ ਕੋਈ ਸਿੱਖ ਨੀਵਾਂ ਹੈ ਤੇ ਦੂਜਾ ਕੋਈ ਉੱਚਾ ਹੈ। ਤੋ ਇਹ ਕਿ ਜਿਵੇਂ ਉਹਨਾਂ ਕਿਹਾ ਕਿ ਦੋਹਾਂ ਤੇ ਗਿਆਨੀ ਸਿਆਣਾ, ਮਤਲਬ ਜਿਹਦੇ ਗਿਆਨ ਹੈ, ਜਿਸ ਨੂੰ ਪਰਮਾਤਮਾ ਦਾ, ਜਿਹਦਾ ਨਾਮ ਸਿਮਰਨ ਕਰਦਾ ਹੈ, ਉਹ ਹੀ ਜਿਹੜਾ ਹੈ ਉੱਚਾ ਹੈ। ਸਭ ਤੇ ਉੱਤਮ ਹਰ ਕੀ ਕਥਾ, ਤੇ ਜਿਹੜਾ ਨਾਮ ਜਪਦਾ ਹੈ ਉਹ ਨਾਮ ਜਪਣ ਵਾਲਾ ਹੀ ਸਭ ਤੋਂ ਉੱਚੀ ਅਵਸਥਾ ਨੂੰ ਪ੍ਰਾਪਤ ਕਰਦਾ ਹੈ। ਤੋ ਅਸੀਂ ਇਸ ਬਹਿਸ ਵਿਵਾਸੇ ਵਿੱਚ ਨਹੀਂ ਪੈਣਾ ਵੀ ਕਿਹੜਾ ਜਿਹੜਾ ਹੈ ਉਹ ਧਰਮ ਨੀਵਾਂ ਤੇ ਕਿਹੜਾ ਧਰਮ ਜਿਹੜਾ ਉੱਚਾ ਹੈ। ਅਸੀਂ ਆਪਣਾ ਜੋ ਦੱਸਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਜੀਵਨ ਜਾਚ ਹੈ, ਜੋ ਨਾਮ ਸਿਮਰਨ ਔਰ ਸੇਵਾ ਸਿਮਰਨ ਦਾ ਜਿਹੜਾ ਤਰੀਕਾ ਦੱਸਿਆ, ਅਸੀਂ ਉਸ ਨੂੰ ਫਾਲੋ ਕਰਨਾ ਹੈ। ਆਸ ਹੈ ਵੀਰ ਜੀ ਨੂੰ ਇਸ ਜਵਾਬ ਦੇ ਨਾਲ ਸੰਤੁਸ਼ਟੀ ਹੋ ਗਈ ਹੋਵੇ। ਫਿਰ ਵੀ ਅਗਰ ਕੋਈ ਸਵਾਲ ਹੋਏ ਤੇ ਉਹ ਮੋਸਟ ਵੈਲਕਮ ਨੇ, ਪੁੱਛ ਸਕਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਰਲ ਤਰੀਕੇ ਨਾਲ ਵੀਰ ਜੀ ਨੇ ਸਾਨੂੰ ਇਹ ਜੋ ਘੁੰਡੀ ਹੈ ਸਮਝਾਈ ਹੈ। ਤੋ ਲੋੜ ਤਾਂ ਜਿਵੇਂ ਵੀਰ ਜੀ ਨੇ ਦੱਸਿਆ, ਲੋੜ ਹੈਗੀ ਹੈ ਤਤ ਨਾਲ ਜੁੜਨ ਦੀ, ਤੇ ਗੁਰਬਾਣੀ 'ਚ ਸਾਨੂੰ ਡਾਇਰੈਕਸ਼ਨ ਹੈ ਕਿ ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਬਿੰਦ ਪਰਾਇਣ ਅਬਨਾਸ਼ੀ ਖੇਮ ਚਾਹੇ ਜੇ ਨਾਨਕ ਸਦਾ ਸਿਮਰਨ ਨਾਰਾਇਣ। ਇਹ ਭਲਿਆ ਜੇਕਰ ਤੂੰ ਮਨ ਦੀ ਸ਼ਾਂਤੀ ਚਾਹਨਾ ਤੇ ਨਾਮ ਸਿਮਰਨ ਨਾਲ ਜੁੜ। ਦੂਸਰੀ ਗੱਲ ਸਾਧ ਸੰਗਤ ਆਪਾਂ ਨੂੰ ਖਿਆਲ ਰੱਖਣੀ ਚਾਹੀਦੀ ਹੈ ਕਿ ਕਿਹੜੇ ਅੱਖਰ ਕਿਸ ਕੰਟੈਕਸਟ ਵਿੱਚ ਆਏ ਨੇ, ਕਿਹੜਾ ਸ਼ਬਦ ਕਿਸ ਕੰਟੈਕਸਟ ਵਿੱਚ। ਸੋ ਕੰਟੈਕਸਟ ਜਿੰਨਾ ਚਿਰ ਨਹੀਂ ਦੇਖਾਂਗੇ ਕਿਸ ਪਰਥਾਏ ਆ ਰਿਹਾ, ਤੇ ਉਹ ਗੱਲ ਜਿਹੜੀ ਆਪਾਂ ਕੇਵਲ ਅੱਖਰਾਂ ਨੂੰ ਸਾਂਝੇ ਦੇਖ ਕੇ ਤੇ ਮਨ 'ਚ ਕੋਈ ਭਰਮ ਨਹੀਂ ਲਿਆਉਣਾ ਚਾਹੀਦਾ। ਅਸਲ 'ਚ ਬਾਣੀ ਜਿਵੇਂ ਆਪਾਂ ਦੇਖਦੇ ਹਾਂ ਕਿ ਬੜਾ ਡੂੰਘਾ ਸਮੁੰਦਰ ਹੈ ਜੀ, ਤੇ ਇਸ ਕਰਕੇ ਲੋੜ ਹੈ ਕਿ ਅਸੀਂ ਬਾਣੀ ਨੂੰ ਸਮਝਣ ਲਈ ਸਮਾਂ ਵੀ ਲਾਈਏ, ਔਰ ਜਿਹੜੇ ਵਿਦਵਾਨਾਂ ਦੀਆਂ ਸਾਡੇ ਕੋਲ ਅਵੇਲੇਬਲ ਨੇ ਟੀਕੇ ਜਾਂ ਬਾਕੀ ਕੁਝ, ਉਹਨਾਂ ਨੂੰ ਪੜ੍ਹਨ ਤੇ ਵੀ ਸਾਨੂੰ ਸਮਾਂ ਲਾਉਣਾ ਚਾਹੀਦਾ। ਕਿਉਂਕਿ ਕੇਵਲ ਪੜ੍ਹਨਾ ਜਿਹੜਾ ਹੈ, ਜੇ ਉਹਦੀ ਅੰਡਰਸਟੈਂਡਿੰਗ ਨਹੀਂ ਹੈ ਤਾਂ ਉਹ ਬਹੁਤਾ ਲਾਭ ਨਹੀਂ ਹੈ। ਔਰ ਇਹ ਜਿਹੜੇ ਸਵਾਲ ਆਉਂਦੇ ਨੇ ਇਹ ਬਹੁਤ ਮੁਬਾਰਕ ਨੇ, ਕਿਉਂਕਿ ਸਵਾਲ ਨਿਕਲਦਾ ਹੀ ਉਸ ਵੇਲੇ ਹੈ ਜਿਸ ਵੇਲੇ ਮਨੁੱਖ ਕਿਸੇ ਚੀਜ਼ ਨੂੰ ਖੋਜਣ ਦਾ ਯਤਨ ਕਰਦਾ। ਤੋ ਆਪਾਂ ਸੰਗਤ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੰਗਤਾਂ ਇਸੇ ਕਰਕੇ ਕਾਇਮ ਕੀਤੀਆਂ ਕਿ ਅਸੀਂ ਰਲ ਮਿਲ ਕੇ ਇਹ ਜਿਹੜੀਆਂ ਘੁੰਡੀਆਂ ਨੇ, ਜਿਹੜੀਆਂ ਪਰਮਾਰਥ ਦੇ ਰਸਤੇ ਤੇ ਚੱਲਣ ਦੇ ਬੜਾ ਔਖਾ ਰਸਤਾ ਹੈਗਾ ਪਰਮਾਰਥ ਦਾ, ਪਰ ਜਿਸ ਵੇਲੇ ਸੰਗਤ ਵਿੱਚ ਬੈਠ ਕੇ ਅਸੀਂ ਵਿਚਾਰਾਂ ਕਰਦੇ ਹਾਂ ਤਾਂ ਔਖਾ ਰਸਤਾ ਵੀ ਸੌਖਾ ਬਣ ਜਾਂਦਾ। ਵੀਰ ਤੇਜਿੰਦਰ ਸਿੰਘ ਜੀ ਦਾ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ। ਤੋ ਸਾਧ ਸੰਗਤ ਜੀ, ਅਗਲਾ ਸਵਾਲ ਜਿਹੜਾ ਹੈ ਉਹ ਵੀ ਕੁਝ ਇਹੋ ਜਿਹਾ ਹੈ। ਕਹਿੰਦੇ ਨੇ ਤੇ ਸਵਾਲ ਕਰਤਾ ਨੇ ਲਿਖਿਆ ਕਿ ਇਹ ਜਿਹੜੀਆਂ ਲਫ਼ਜ਼ ਨੇ ਕਿ ਦੌਲਤ ਗੁਜ਼ਰਾਨ ਹੈ, ਇਸਤਰੀ ਈਮਾਨ ਹੈ, ਪੁੱਤਰ ਨਿਸ਼ਾਨ। ਇਹ ਨਾ ਸਾਡੇ ਕਥਾਕਾਰ ਵਿਆਖਿਆਕਾਰ ਆਮ ਤੌਰ ਤੇ ਕਈ ਵਾਰੀ ਇਹਨਾਂ ਤੁਕਾਂ ਨੂੰ ਵਰਤਦੇ ਨੇ। ਤੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਖਾਸ ਕਰਕੇ ਜਿਸ ਵੇਲੇ ਸੁਣਾਇਆ ਜਾਂਦਾ ਤਾਂ ਉਹਦੇ ਵਿੱਚ ਇਹ ਤੁਕਾਂ ਜਿਹੜੀਆਂ ਨੇ ਵਰਤੀਆਂ ਜਾਂਦੀਆਂ ਨੇ। ਤੇ ਸਵਾਲ ਇਹ ਆਇਆ ਕਿ ਇਹ ਸ਼ਬਦ ਜਿਹੜੇ ਛੇਵੇਂ ਪਾਤਸ਼ਾਹ ਜੀ ਨੇ ਕਿਹਨੂੰ ਆਖੇ ਸੀਗੇ। ਮੈਂ ਰਿਪੀਟ ਕਰ ਰਿਹਾ, ਦੌਲਤ ਗੁਜ਼ਰਾਨ ਹੈ, ਇਸਤਰੀ ਈਮਾਨ ਹੈ, ਪੁੱਤਰ ਨਿਸ਼ਾਨ ਹੈ। ਤੇ ਮੈਂ ਬੇਨਤੀ ਕਰਨ ਲੱਗਾ ਵੀਰ ਜਗੀਰ ਸਿੰਘ ਜੀ ਨੂੰ ਪਟਿਆਲਾ ਤੋਂ ਵੀ ਉਹ ਕਿਰਪਾ ਕਰਕੇ ਇਹ ਸਾਨੂੰ ਸਮਝਾਉਣ ਦਾ ਯਤਨ ਕਰ। ਵੀਰ ਜਗੀਰ ਸਿੰਘ ਜੀ, ਅਨਮਿਊਟ ਕਰ ਲਓ ਜੀ, ਅਨਮਿਊਟ ਕਰ ਲਓ ਜਗੀਰ ਸਿੰਘ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਜੀ ਪ੍ਰੇਮ, ਗੁਜਰਾਤ ਵਿੱਚ ਸਾਦੌਲਾ ਨਾਮ ਦਾ ਫਕੀਰ ਬਹੁਤ ਪ੍ਰਸਿੱਧ ਸੀ। ਉਸਨੇ ਲੋਕ ਭਲਾਈ ਦੇ ਅਨੇਕਾਂ ਕੰਮ ਕੀਤੇ ਹਨ। ਉਸਨੇ ਭਿੰਬਰ ਦਰਿਆ ਦਾ ਬੰਨ੍ਹ ਬੰਨ੍ਹਿਆ ਅਤੇ ਦਰਿਆ ਦੇ ਉੱਤੇ ਪੁਲ ਬਣਾਇਆ ਅਤੇ ਸਿਆਲਕੋਟ ਅਤੇ ਅਮੀਨਾਬਾਦ ਦੀਆਂ ਨਦੀਆਂ ਉੱਪਰ ਵੀ ਪੁਲ ਬਣਾਏ ਜੀ। ਲੋਕ ਉਹਦਾ ਬਹੁਤ ਸਤਿਕਾਰ ਕਰਦੇ ਸਨ। ਗੁਰੂ ਸਾਹਿਬ ਜੀ ਨੇ ਵੀ ਉਹਨਾਂ ਦੀ ਤਾਰੀਫ ਕਰਦਿਆਂ ਉਹਨਾਂ ਨੂੰ ਫਕੀਰ ਮੌਲਾ ਆਖ ਕੇ ਨਵਾਜਿਆ ਸੀ।
ਸਾਹਦੌਲਾ ਦਾ ਇੱਕ ਚੇਲਾ ਸੀ ਜਹਾਂਗੀਰ। ਉਹ ਗੁਰੂ ਸਾਹਿਬ ਜੀ ਦੇ ਨਾਲ ਫੌਜਾਂ, ਘੋੜੇ, ਹਥਿਆਰ, ਸਿੱਖ ਸੇਵਕ ਅਤੇ ਸ਼ਾਹੀ ਠਾਠ ਬਾਠ ਨੂੰ ਵੇਖ ਕੇ ਬਹੁਤ ਹੈਰਾਨ ਹੋਇਆ। ਗੁਰੂ ਸਾਹਿਬ ਦਾ ਵਿਆਹੇ ਅਤੇ ਸੰਤਾਨ ਵਾਲਾ ਹੋਣਾ ਉਸ ਲਈ ਹੋਰ ਵੀ ਹੈਰਾਨੀ ਦਾ ਕਾਰਨ ਸੀ। ਉਸ ਕੋਲੋਂ ਚੁੱਪ ਨਾ ਰਿਹਾ ਗਿਆ ਤੇ ਆਖਣ ਲੱਗਾ, ਹਿੰਦੂ ਕਿਆ ਤੇ ਪੀਰ ਕਿਆ, ਔਰਤ ਕਿਆ ਤੇ ਫਕੀਰ ਕਿਆ, ਦੌਲਤ ਕਿਆ ਅਤੇ ਤਿਆਗ ਕਿਆ, ਲੜਕੇ ਕਿਆ ਅਤੇ ਬੈਰਾਗ ਕਿਆ, ਆਰਫ ਕਿਆ ਅਤੇ ਦੁਨੀਆਦਾਰ ਕਿਆ, ਮਜ਼ਹਬ ਕਿਆ ਤੇ ਸੱਚ ਕਿਆ, ਪੁਜਾਰੀ ਕਿਆ ਤੇ ਸਵਾਬ ਕਿਆ, ਮਾਰੂਥਲ ਕਿਆ ਤੇ ਆਬ ਕਿਆ। ਇਹ ਸਵਾਲ ਉਸਨੇ ਕੀਤੇ ਗੁਰੂ ਸਾਹਿਬ ਨੂੰ। ਹਾਂਜੀ, ਆਬ ਮੈਨੇ ਪਾਣੀ। ਗੁਰੂ ਸਾਹਿਬ ਮੁਸਕਰਾ ਪਏ ਤੇ ਸਮਝ ਗਏ ਕਿ ਜਹਾਂਗੀਰ ਨੂੰ ਆਪਣੇ ਫਕੀਰ ਹੋਣ ਦਾ ਹੰਕਾਰ ਹੈ, ਤੇ ਉਹਨਾਂ ਦੇ ਸ਼ੰਕੇ ਨਿਵਰਤ ਕਰਨ ਲਈ ਗੁਰੂ ਸਾਹਿਬ ਜੀ ਨੇ ਕਿਹਾ, ਮੇਰੀ ਰੱਬ ਦਾ ਦਾਨ, ਔਰਤ ਇਮਾਨ, ਦੌਲਤ ਗੁਰਜਾਨ, ਪੁੱਤਰ ਨਿਸ਼ਾਨ, ਫਕੀਰ ਨਾ ਹਿੰਦੂ ਨਾ ਮੁਸਲਮਾਨ, ਆਰਫ ਵਿਚਾਰ, ਮਜ਼ਹਬ ਸੁਧਾਰ, ਪੁਜਾਰੀ ਆਚਾਰ, ਮਾਰੂ ਥਲ ਮੇ ਜਲ, ਕੁਦਰਤ ਕਰਤਾਰ। ਇਹ ਸਭ ਗੁਰੂ ਸਾਹਿਬ ਨੇ ਜਵਾਬ ਦਿੱਤੇ। ਇਹਦਾ ਮਤਲਬ ਸੀ ਗੁਰੂ ਸਾਹਿਬ ਜੀ ਦਾ ਇਹ ਸਭ ਕੁਝ ਕਹਿਣ ਤੋਂ ਭਾਵ ਸੀ ਕਿ ਮੇਰੀ ਸਾਰੀ ਠਾਠ ਅਤੇ ਪੀਰੀ ਧਾਰਮਿਕ ਅਗਵਾਈ ਪ੍ਰਭੂ ਦੀਆਂ ਦਾਤਾਂ ਹਨ। ਮੇਰੀ ਰੱਬ ਦਾ ਦਾਨ ਮਤਲਬ ਪ੍ਰਭੂ ਦੀਆਂ ਇਹ ਦਾਤਾਂ ਹਨ। ਔਰਤ ਇਮਾਨ, ਜਿਹੜੀ ਪਤਨੀ ਹੈ, ਔਰਤ ਹੈ, ਇਹ ਸੰਜਮ ਦਾ ਦੂਜਾ ਨਾਮ ਹੈ, ਮਤਲਬ ਇਮਾਨ ਦੀ ਰਾਖੀ ਹੈ ਔਰਤ। ਦੌਲਤ ਗੁਜਰਾਨ, ਦੌਲਤ ਕਹਿੰਦੇ ਨੇ ਧਨ ਪੈਸੇ ਨੂੰ, ਦੌਲਤ ਗੁਜ਼ਾਰੇ ਵਾਸਤੇ ਹੈ ਜੀ। ਪੁੱਤਰ ਨਿਸ਼ਾਨ, ਸੰਤਾਨ ਜਿਹੜੀ ਹੈਗੀ ਹੈ ਇਹ ਮੇਲ ਜੋਲ ਦਾ ਢੰਗ ਸਿਖਾਉਂਦੀ ਹੈ। ਅੱਗੇ ਹੈ ਜੀ ਫਕੀਰ ਨਾ ਹਿੰਦੂ ਨਾ ਮੁਸਲਮਾਨ, ਜਿਹੜੇ ਹਿੰਦੂ ਹੁੰਦੇ ਨੇ, ਫਕੀਰ ਹੁੰਦੇ ਨੇ, ਉਹ ਨਾ ਹਿੰਦੂ ਹੁੰਦੇ ਨੇ ਨਾ ਮੁਸਲਮਾਨ ਹੁੰਦੇ ਨੇ, ਮਤਲਬ ਸਭ ਦੇ ਸਾਂਝੇ ਹੁੰਦੇ ਨੇ ਜੀ, ਉਹਨਾਂ ਨੂੰ ਕਿਸੇ ਨਾਲ ਨਫ਼ਰਤ ਨਹੀਂ ਹੁੰਦੀ। ਆਰਫ ਵਿਚਾਰ, ਮਜ਼ਹਬ ਸੁਧਾਰ, ਆਰਫ ਕਹਿੰਦੇ ਨੇ ਜੀ ਵਿਦਵਾਨ ਬਣਨਾ ਜੀ, ਵਿਚਾਰਵਾਨ ਹੋਣ ਲਈ ਆਰਫ ਬਣਨਾ ਪੈਂਦਾ ਹੈ। ਮਜ਼ਹਬ ਸੁਧਾਰ, ਮਜ਼ਹਬ ਕੁਰੀਤੀਆਂ ਨੂੰ ਖਤਮ ਕਰਨ ਲਈ ਜ਼ਰੂਰੀ ਹੈ ਜੀ। ਪੁਜਾਰੀ ਆਚਾਰ, ਪੁਜਾਰੀ ਨੂੰ ਉੱਚੇ ਆਚਰਣ ਵਾਲਾ ਹੋਣਾ ਚਾਹੀਦਾ ਹੈ ਜੀ। ਮਾਰੂਥਲ ਮੇ ਜਲ, ਕੁਦਰਤ ਕਰਤਾਰ, ਵੀ ਮਾਰੂਥਲ ਦੇ ਵਿੱਚ ਜਲ ਹੋਣਾ, ਪਾਣੀ ਹੋਣਾ, ਭਾਵ ਸੰਸਾਰਕਤਾ ਵਿੱਚ ਅਧਿਆਤਮਤਾ ਦਾ ਹੋਣਾ ਪ੍ਰਭੂ ਦੀ ਖੇਡ ਹੈ। ਇਹ ਬਚਨ ਸੁਣ ਕੇ ਜਹਾਂਗੀਰ ਗੁਰੂ ਦਾ ਮਰੀਦ ਬਣ ਗਿਆ। ਇਸ ਤਰ੍ਹਾਂ ਜਿਹੜੇ ਉਹਦੇ ਸਵਾਲ ਸੀ, ਇਹ ਗੁਰੂ ਸਾਹਿਬ ਜੀ ਨੇ ਏਦਾਂ ਉਹਨਾਂ ਦਾ ਜਵਾਬ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਗੁਰਬਾਣੀ ਸਾਨੂੰ ਮਾਰਗਦਰਸ਼ਕ ਕਰਦੀ ਹੈ ਸਾਧ ਸੰਗਤ ਜੀ, ਉੱਥੇ ਇਤਿਹਾਸਕ ਘਟਨਾਵਾਂ ਔਰ ਇਹੋ ਜਿਹੇ ਜਿਹੜੇ ਸਾਂਭ ਕੇ ਰੱਖੇ ਹੋਏ ਇਤਿਹਾਸਕ ਬੋਲ ਨੇ, ਇਹ ਵੀ ਸਾਨੂੰ ਗੁਰਮਤਿ ਸਮਝਣ ਲਈ ਬਹੁਤ ਮਦਦ ਕਰਦੇ ਨੇ। ਜਿਸ ਤਰ੍ਹਾਂ ਕਿ ਵੀਰ ਜਗੀਰ ਸਿੰਘ ਜੀ ਨੇ ਸਾਰਿਆਂ ਅੱਖਰਾਂ ਦੇ ਅਰਥ ਕਰਕੇ ਸਾਨੂੰ ਦੱਸੇ ਨੇ ਕਿ ਹਰੇਕ ਮਨੁੱਖ ਲਈ, ਚੰਗਾ ਮਨੁੱਖ ਬਣਨ ਲਈ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ। ਤੋ ਸਾਨੂੰ ਠੀਕ ਹੈ, ਜਿਨ੍ਹਾਂ ਨੇ ਸਵਾਲ ਕੀਤਾ ਉਹਨਾਂ ਦਾ ਵੀ ਧੰਨਵਾਦ ਹੈ, ਕਿਉਂਕਿ ਉਹਨਾਂ ਦੇ ਸਵਾਲ ਕਰਕੇ ਇਹ ਵੀਰ ਜਗੀਰ ਸਿੰਘ ਜੀ ਨੇ ਲੱਭ ਕੇ ਸਾਡੇ ਲਈ ਉੱਤਰ ਲਿਆਂਦਾ, ਔਰ ਸਾਨੂੰ ਸਾਰਿਆਂ ਨੂੰ ਇਹਦੇ ਬਾਰੇ ਗਿਆਨ ਪ੍ਰਾਪਤ ਹੋਇਆ ਕਿ ਗੁਰੂ ਸਾਹਿਬਾਨ ਜੀ ਨੇ ਕਿਸ ਤਰ੍ਹਾਂ ਲੋਕਾਈ ਨਾਲ ਵਿਚਰਦੇ ਆ, ਹਰੇਕ ਨੂੰ ਉਹਦੇ ਮਜ਼ਹਬ ਦੇ ਮੁਤਾਬਕ ਉਹਨੂੰ ਕਿਸ ਤਰ੍ਹਾਂ ਸਿੱਖਿਆ ਦਿੱਤੀ ਹੈ। ਜਿਵੇਂ ਪਹਿਲੇ ਵੀਰ ਤਜਿੰਦਰ ਸਿੰਘ ਜੀ ਨੇ ਦੱਸਿਆ ਕਿ ਕਿਸੇ ਤੇ ਕੋਈ ਮਜ਼ਹਬ ਥੋਪਣ ਦੀ ਗੱਲ ਨਹੀਂ, ਪਰੰਤੂ ਗੁਰੂ ਨਾਨਕ ਦੇ ਘਰ ਵਿੱਚ ਹਰੇਕ ਦੀ ਇੱਜ਼ਤ ਹੈ। ਆਪੋ ਆਪਣੇ ਮੱਤ ਵਿੱਚ ਸਾਰੇ ਪੱਕੇ ਰਹਿਣ, ਪਰੰਤੂ ਅਸੀਂ ਆਪਣੇ ਜਿਹੜਾ ਸਾਨੂੰ ਰਸਤਾ ਗੁਰਬਾਣੀ ਦਾ ਚਾਨਣ ਹੈ, ਅਸੀਂ ਉਹਦੇ ਤੇ ਚੱਲਣਾ ਹੈ। ਤੋ ਦੂਸਰਿਆਂ ਨੂੰ ਅਸੀਂ ਨਿੰਦਣਾ ਨਹੀਂ ਹੈ। ਉਹ ਉਹਨਾਂ ਨੇ ਬੜਾ ਬਾਖੂਬੀ ਦੱਸਿਆ ਸੀ ਕਿ ਕਲਗੀਧਰ ਪਾਤਸ਼ਾਹ ਜੀ ਨੇ ਕਿਹਾ ਕਿ ਤੇਰਾ ਮਜ਼ਹਬ ਤੈਨੂੰ ਮੁਬਾਰਕ ਹੈ, ਸਾਡਾ ਸਾਨੂੰ ਮੁਬਾਰਕ ਹੈ। ਤੋ ਆਓ, ਇਹ ਇੱਕ ਐਸੇ ਬੋਲ ਨੇ ਸਾਧ ਸੰਗਤ ਜਿਹੜੇ ਸੰਸਾਰ ਵਿੱਚ ਸ਼ਾਂਤੀ ਲਿਆ ਸਕਦੇ ਨੇ। ਅੱਜ ਅਸੀਂ ਦੇਖਦੇ ਹਾਂ ਕਿ ਧਰਮ ਦੇ ਨਾਂ ਤੇ ਜਿਹੜੇ ਝਗੜੇ ਹੁੰਦੇ ਨੇ ਉਹ ਬਹੁਤ ਹੀ ਮਾੜੇ ਨੇ, ਮਨੁੱਖਤਾ ਦਾ ਘਾਣ ਹੈ। ਤੇ ਅੱਜ ਦੇ ਇਸ ਸਮੇਂ ਵਿੱਚ
ਜਿੱਥੇ ਕਿ ਧਰਮ ਦੇ ਨਾਂ ਤੇ ਵੀ ਝਗੜੇ ਚੱਲਦੇ ਨੇ। ਇੱਕ ਦੇਸ਼ ਨਹੀਂ, ਇਹ ਤਕਰੀਬਨ ਸਾਰੇ ਵਰਲਡ ਵਿੱਚ ਵੀ ਕਿਤੇ ਥੋੜੇ ਕਿਤੇ ਬਹੁਤੇ ਜਿਹੜੇ ਨੇ ਮਜ਼ਹਬ ਦੇ ਝਗੜੇ ਚੱਲਦੇ ਨੇ। ਵੈਸਟਰਨ ਕੰਟਰੀਜ਼ ਵੀ ਇਸੇ ਤਰ੍ਹਾਂ ਰੇਸਿਸਟ ਰਿਮਾਰਕਸ ਦੇਣੇ। ਪਰ ਜੇਕਰ ਇਹ ਗੁਰਬਾਣੀ ਸਾਨੂੰ ਸਮਝ ਆ ਜਾਏ ਔਰ ਅਸੀਂ ਇਹ ਬਾਕੀ ਲੋਕਾਂ ਨੂੰ ਸਮਝਾ ਸਕੀਏ ਕਿ ਗੁਰਬਾਣੀ 'ਚ ਕੀ ਲਿਖਿਆ, ਤੇ ਮੈਂ ਸਮਝਦਾ ਸੰਸਾਰ ਵਿੱਚ ਸ਼ਾਂਤੀ ਸਥਾਪਿਤ ਹੋ ਸਕਦੀ ਹੈ। ਵੀਰ ਜਗੀਰ ਸਿੰਘ ਜੀ, ਆਪ ਜੀ ਦਾ ਮਿਹਨਤ ਕਰਕੇ ਜਵਾਬ ਲੱਭ ਕੇ ਲਿਆਉਣ ਲਈ ਬਹੁਤ ਬਹੁਤ ਧੰਨਵਾਦ ਹੈ। ਤੋ ਆਓ ਸਾਧ ਸੰਗਤ ਜੀ, ਵੀਰ ਜੀ ਜੇ ਤੁਸੀਂ ਅਗਲਾ ਇਜਾਜ਼ਤ ਦਿਓ ਤੇ ਮੈਂ ਥੋੜਾ ਜਿਹੜਾ ਜਵਾਬ ਗੁਰੂ ਸਾਹਿਬ ਨੇ ਦਿੱਤਾ ਸੀਗਾ, ਉਹ ਸਵਾਲ ਆਰਫ ਤੇ ਸਵਾਬ ਦੇ ਜਿਹੜੇ ਅਰਥ ਹਨ ਉਹ ਫਾਰਸੀ ਦੇ ਥੋੜੇ ਮੈਂ ਦੱਸਣਾ ਚਾਹੁੰਦਾ। ਆਰਫ ਕਿਆ ਦਾ ਮਤਲਬ ਹੈ ਕਿ ਜਿਹੜਾ ਬੰਦਾ ਗਿਆਨਵਾਨ ਹੈ, ਆਤਮਾ ਦੀ ਸੋਝੀ ਰੱਖਦਾ ਹੈ, ਉਹ ਫਿਰ ਦੁਨੀਆਦਾਰੀ ਦੇ ਵਿੱਚ ਕਿਵੇਂ ਪੈ ਗਿਆ। ਔਰ ਪੁਜਾਰੀ ਕਿਆ ਔਰ ਸਵਾਬ ਕਿਆ। ਸਵਾਬ ਦਾ ਮਤਲਬ ਹੁੰਦਾ ਸਵਾਰਥ, ਕਿ ਪੁਜਾਰੀ ਹੈ ਤੇ ਫਿਰ ਉਹਦਾ ਸਵਾਰਥ ਕੀ ਹੈ। तो ये 2 पॉइंट थोड़े फारसी के सन, मैं क्या भी नाल क्लीयर कर दिए। बहुत धन्यवाद जी। शुक्रिया वीर तजिंदर सिंह जी अपनी इनपुट देने के लिए। तो साध संगत जी मैं बेनती कर दिया, अगला जो सवाल है वो ये है कि कई कथाकार ये सवाल करता लिखते हैं, कई कथाकार पंजवें पातशाह जी नूं अर्जुन भाव जजे थले अंकल ला के उचारण करते हैं। तो आम तौर पर असी गुरु अर्जन साहब या गुरु अर्जन साहब देव जो भी उचारण करिए, पर कई कथाकार जिहड़े वो जज्जे नूं औंकड़ ला के अर्जुन करते हैं। तो सही उचारण की है, मैं बेनती की है वीर प्रभ कीर्तन सिंह जी नूं कि वो सानूं अज दस्सणगे। वीर प्रभ कीर्तन सिंह। हाँ जी, अनम्यूट कर लो जी प्रभ कीर्तन सिंह। हाँ जी, अर्जुन शब्द संस्कृत का है। इस दा पंजाबी स्वरूप अर्जन है, जिहदे विच जज्जे नाल औंकड़ नहीं लगी हुंदी। भट्टां दे सवैये विच अर्जुन वाला रूप वरतिया गया है क्योंकि उन्हां दी बैकग्राउंड संस्कृत दी विद्वता वाली सी ते इस दा उचारण भी औंकड़ नाल ही है। रामकली की वार दे विच राय बलवंड तथा सत्ता डूम आखी, इस विच अर्जन जी अर्जन का पंजाबी स्वरूप बिना जज्जे नूं औंकड़ दे वरतिया गया है। आपां सारे इस पंक्ति दे नाल फैमिलीयर हाँ। तखत बैठा अर्जन गुरु, सतगुर का खिवै चंदोआ। इसे तरह ही एक बारी होर ये जो शब्द है बिना औंकड़ दे बाणी दे विच आया है। राग मल्हार बाणी भगत नामदेव जीओ की, पन्ना 1292 ते भगत जी ने भी पंजाबी वाला रूप ही वरतिया है। आप जी का फरमान है, जांचै घर निकटवर्ती अर्जन ध्रुव प्रहलाद अमरीक नारद नेजै, सिद्ध बुद्ध गण गंधर्व बानवै केला। जिसका अर्थ है कि साडा प्रभु वो राजा है, एडा वड्डा राजा है जिसके नजदीक अर्जन ध्रुव प्रहलाद अमरीक नारद वर्गे भगत, नेजै भाव पुजे हुए जोगी, सिद्ध बुद्ध गण गंधर्व बानवे भाव 52 वीर, ये सारे खेड हैं उसकी, ये सारे उसकी बनाई हुई खेड हैं। सो इस तो स्पष्ट है कि अर्जन का पंजाबी स्वरूप का उच्चारण बिना औंकड़ दे जिहड़ा कि बाकी बाणी में आया है, तो भट्ट जना वालों वरते गए औंकड़ वाले स्वरूप का उच्चारण औंकड़ लगा के भाव अर्जुन करना है। स्पष्ट है कि जिवें लिखिया है उवें ही करना है। बाकी जो कथाकारां वालों इसकी वरतों है, हाँ जे कोई कथाकार अपनी कथा संस्कृत दे विच कर रहा होवे विच हो रही है, तो इसका पंजाबी स्वरूप अर्जन ही वरतना बनता है। वाहिगुरू जी का खालसा, वाहिगुरू जी की फतेह। थोड़ा वीर जी तुहाडी आवाज नहीं आ रही, कनेक्शन प्रॉब्लम अर्जन है। भट्टां दे सवैयां विच अर्जुन वाला रूप वरतिया गया है, इसका उच्चारण भी औंकड़ दे नाल ही है। तो रामकली दी वार दे विच राय बलवंड तथा सत्ते डूम दी जो वार है, उस दे विच अर्जन का पंजाबी रूप बिना जज्जे नूं औंकड़ दे वरतिया गया है।
ਆਪ ਸਾਰੇ ਇਸ ਪੰਕਤੀ ਨਾਲ ਫੈਮਿਲੀਅਰ ਹੋ। ਤਖਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਆ। ਇਸੇ ਤਰ੍ਹਾਂ ਹੀ ਰਾਗ ਮਲਹਾਰ ਦੇ ਵਿੱਚ ਬਾਣੀ ਭਗਤ ਨਾਮਦੇਵ ਜੀ ਕੀ ਦੇ ਵਿੱਚ ਪੰਨਾ 1292 ਉੱਤੇ ਭਗਤ ਜੀ ਨੇ ਵੀ ਪੰਜਾਬੀ ਵਾਲਾ ਰੂਪ ਹੀ ਵਰਤਿਆ ਹੈ। ਜਾਂਚੈ ਘਰ ਨਿਕਟ ਵਰਤੀ ਅਰਜਨ ਧਰੂ ਪ੍ਰਹਿਲਾਦ ਅੰਬਰੀਕ ਨਾਰਦ ਨਿਜੈ ਸਿੱਧ ਬੁੱਧ ਗਣ ਗੰਧਰਵ ਬਾਨਵੈ ਹੇਲਾ। ਭਾਵ ਕਿ ਸਾਡਾ ਪ੍ਰਭੂ ਏਡਾ ਵੱਡਾ ਰਾਜਾ ਹੈ ਜਿਸ ਨੇ ਆਪਣੇ ਨਿਕਟ ਜੋ ਭਗਤ ਹਨ ਅਰਜਨ ਧਰੂ ਪ੍ਰਹਿਲਾਦ ਅੰਬਰੀਕ ਨਾਰਦ ਨਿਜੈ ਭਾਵ ਜਿਹੜੇ ਪੁੱਗੇ ਹੋਏ ਜੋਗੀ ਭਾਵ 92 ਵੀਰ ਜੋ ਹਨ ਹੇਲਾ। ਇਸ ਤਰ੍ਹਾਂ ਇਹ ਸ਼ਬਦ ਜੋ ਅਰਜਨ ਦਾ ਪੰਜਾਬੀ ਸਰੂਪ ਦਾ ਉਚਾਰਨ ਬਿਨਾਂ ਔਂਕੜ ਦੇ ਤੇ ਭੱਟ ਜਨਾਂ ਵੱਲੋਂ ਵਰਤੇ ਗਏ ਔਂਕੜ ਵਾਲੇ ਸਰੂਪ ਦਾ ਉਚਾਰਨ ਔਂਕੜ ਲਾ ਕੇ ਭਾਵ ਜਿਵੇਂ ਲਿਖਿਆ ਹੈ ਉਵੇਂ ਹੀ ਕਰਨਾ ਹੈ। ਜੇ ਕੋਈ ਕਥਾਕਾਰ ਸੰਸਕ੍ਰਿਤ ਦੇ ਵਿੱਚ ਕਥਾ ਕਰ ਰਿਹਾ ਹੋਵੇ ਤੇ ਅਰਜੁਨ ਸ਼ਬਦ ਵਰਤੇ ਤਾਂ ਉਹ ਤਾਂ ਪੰਜਾਬੀ ਸਰੂਪ ਅਰਜਨ ਦਾ ਹੀ ਵਰਤਣਾ ਚਾਹੀਦਾ ਹੈ। ਵਾਹਿਗੁਰੂ ਜੀ। ਵਾਹਿਗੁਰੂ ਜੀ ਕੀ ਫਤਿਹ। ਖਿਮਾ ਕਰਨਾ ਸਾਧ ਸੰਗਤ ਜੀ, ਵਿੱਚ ਕੁਝ ਕਨੈਕਸ਼ਨ ਪ੍ਰੋਬਲਮ ਆ ਰਹੀ ਸੀ, ਪਰ ਜੋ ਸਵਾਲ ਹੈ ਉਹਦਾ ਉੱਤਰ ਸਾਨੂੰ ਮਿਲ ਗਿਆ ਕਿ ਭੱਟ ਸਾਹਿਬਾਨ ਦੇ ਸਵਈਆਂ ਵਿੱਚ ਜ਼ਰੂਰ ਅੰਕਲ ਲੱਗੀ ਹੈ। ਔਰ ਵੀਰ ਜੀ ਨੇ ਜਿਵੇਂ ਦੱਸਿਆ ਕਿ ਉਹਨਾਂ ਦੀ ਜੋ ਬੈਕਗਰਾਉਂਡ ਹੈ ਉਹ ਕਿਉਂਕਿ ਸੰਸਕ੍ਰਿਤ ਦੇ ਮਾਹਰ ਸਨ, ਇਸ ਕਰਕੇ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਉਹ ਲਿਖਿਆ। ਵਰਨਾ ਜੋ ਆਮ ਅਸੀਂ ਬੋਲ ਚਾਲ 'ਚ ਹੈ ਉਹਦੇ ਵਿੱਚ ਸਾਨੂੰ ਜਿਹੜਾ ਲਫ਼ਜ਼ ਹੈ ਅੰਕੜ ਤੋਂ ਬਗੈਰ ਹੀ ਅਸੀਂ ਵਰਤਣ, ਇਸ ਗੱਲ ਦਾ ਅਸੀਂ ਖਿਆਲ ਰੱਖਣਾ। ਧੰਨਵਾਦ ਵੀਰ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਤੋ ਸਾਧ ਸੰਗਤ ਜੀ, ਭੱਟ ਸਾਹਿਬਾਨ ਦੇ ਜਿਸ ਵੇਲੇ ਆਪਾਂ ਸਵਈਏ ਪੜ੍ਹਨੇ ਨੇ ਤਾਂ ਉਸ ਵੇਲੇ ਤਾਂ ਵੀਰ ਜੀ ਨੇ ਦੱਸਿਆ ਵੀ ਅੰਕੜ ਉਚਾਰਨੀ ਹੈ, ਤੇ ਵਰਨਾ ਜਿਵੇਂ ਸੱਤੇ ਬਲਵੰਡ ਕੀ ਵਾਰ ਵਿੱਚ ਆਇਆ ਉੱਥੇ ਬਗੈਰ ਅੰਕੜ ਆਇਆ, ਉੱਥੇ ਬਗੈਰ ਉਚਾਰਨ ਕਰਨਾ। ਮੈਂ ਰਿਪੀਟ ਇਸ ਕਰਕੇ ਕਰ ਰਿਹਾ ਕਿਉਂਕਿ ਵਿੱਚ ਕੁਝ ਥੋੜੀ ਜਿਹੀ ਕਨੈਕਸ਼ਨ ਪ੍ਰੋਬਲਮ ਸੀ। ਇੱਕ ਵਾਰੀ ਫੇਰ ਪ੍ਰਭ ਕੀਰਤਨ ਸਿੰਘ ਦਾ ਧੰਨਵਾਦ ਹੈ ਸਾਧ ਸੰਗਤ ਜੀ। ਤੋ ਆਓ ਆਪਾਂ ਅਗਲੇ ਸਵਾਲ ਵੱਲ ਚੱਲਦੇ ਹਾਂ। ਅਗਲਾ ਸਵਾਲ ਹੈ ਵੀਰ ਸੁਖਬੀਰ ਸਿੰਘ ਜੀ ਦਿੱਲੀ ਤੋਂ, ਵੀ ਕੀ ਭਗਤ ਸਾਹਿਬਾਨ ਨੇ ਜਿਸ ਵੇਲੇ ਬਾਣੀ ਰਚਨਾ ਕੀਤੀ ਹੈ ਤੇ ਉਹਦੇ ਉੱਤੇ ਰਾਗਾਂ ਦੀ ਡਿਟੇਲ ਜਿਹੜੀ ਹੈ ਜਾਂ ਰਾਗਾਂ ਦੀ ਜਿਹੜੀ ਉੱਪਰ ਆਪਾਂ ਟਾਈਟਲ ਦੇਖਦੇ ਹਾਂ ਗੁਰਬਾਣੀ ਦੇ ਵਿੱਚ, ਉਹ ਭਗਤ ਸਾਹਿਬਾਨ ਨੇ ਦਿੱਤੀ ਹੈ ਜਾਂ ਗੁਰੂ ਅਰਜਨ ਸਾਹਿਬ ਜੀ ਨੇ ਜਿਸ ਵੇਲੇ ਬੀੜ ਨੂੰ ਸੰਪਾਦਿਤ ਕੀਤਾ ਸੀਗਾ ਉਸ ਵੇਲੇ ਦਿੱਤੀ ਹੈ? ਇਹ ਸਵਾਲ ਜੋ ਵੀਰ ਸੁਖਬੀਰ ਸਿੰਘ ਜੀ ਦਾ ਹੈ, ਮੈਂ ਬੇਨਤੀ ਕੀਤੀ ਹੈ ਵੀਰ MP ਸਿੰਘ ਜੀ ਨੂੰ ਵੀ ਇਹਦੇ ਬਾਰੇ ਸਾਨੂੰ ਕਿਰਪਾ ਕਰਕੇ ਦੱਸਣ ਵੀ ਆਇਆ ਜਿਹੜੇ ਟਾਈਟਲ ਤੇ ਰਾਗ ਦਾ ਨਾਮ ਲਿਖਿਆ ਵੀ ਕਿਹੜੇ ਰਾਗ ਜਾਂ ਰਾਗ ਦੇ ਕਿਹੜੇ ਘਰ 'ਚ ਗਾਉਣੀ ਹੈ, ਉਹਦੇ ਬਾਰੇ ਇਹ ਦੱਸੋ ਜੀ ਵੀ ਉਹ ਗੁਰੂ ਸਾਹਿਬਾਨ ਨੇ ਵਾਈਲ ਐਡੀਟਿੰਗ ਲਿਖਿਆ ਜਾਂ ਭਗਤ ਸਾਹਿਬਾਨ ਨੇ ਆਪ ਲਿਖਿਆ? MP ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤੋਂ ਪਹਿਲਾਂ ਕਿ ਅਸੀਂ ਇਸ ਗੱਲ ਦਾ ਨਿਰਣਾ ਕਰਨ ਦੀ ਕੋਸ਼ਿਸ਼ ਕਰੀਏ ਕਿ ਵੀ ਇਹ ਜੋ ਰਾਗ ਦੇ ਬਾਰੇ ਸੇਧ ਹੈ ਜੋ ਹੈਡਿੰਗ ਵਿੱਚ ਦਿੱਤੀ ਗਈ ਹੈ ਉਹ ਕਿਸ ਤਰ੍ਹਾਂ ਮਿਲੀ ਹੈ, ਇੱਕ ਗੱਲ ਨੂੰ ਪਹਿਲਾਂ ਸਮਝਣਾ ਜ਼ਰੂਰੀ ਹੈ ਕਿ ਕਵਿਤਾ ਜਿਹੜੀ ਹੈ ਜਦੋਂ ਕਿਸੇ ਵੀ ਕਵੀ ਵੱਲੋਂ ਉਚਾਰੀ ਜਾਂਦੀ ਹੈ ਤਾਂ ਉਹਦੇ ਵਿੱਚ ਰਾਗ ਨਿਸ਼ਚਿਤ ਕਰਨਾ ਜ਼ਰੂਰੀ ਨਹੀਂ ਹੁੰਦਾ। ਕਿਸੇ ਵੀ ਪ੍ਰਕਾਰ ਦੀ ਕਵਿਤਾ ਨੂੰ ਵੱਖ-ਵੱਖ ਰਾਗਾਂ ਵਿੱਚ ਗਾਇਆ ਜਾ ਸਕਦਾ ਹੈ। ਮਿਸਾਲ ਦੇ ਵਜੋਂ ਇੱਕੋ ਹੀ ਸ਼ਬਦ ਹੈ, ਉਸਨੂੰ ਕਈ ਰਾਗਾਂ ਦੇ ਵਿੱਚ ਗਾਇਨ ਕੀਤਾ ਜਾ ਸਕਦਾ ਹੈ। ਪਰ ਜਿਹੜੇ ਕਵੀ ਖੁਦ ਸੰਗੀਤ ਦੀ ਸਮਝ ਰੱਖਦੇ ਹਨ, ਆਮ ਤੌਰ ਤੇ ਜਦੋਂ ਅਸੀਂ ਅੱਜ ਕੱਲ੍ਹ ਵੀ ਦੇਖਦੇ ਹਾਂ ਕਵੀ ਦਰਬਾਰਾਂ ਦੇ ਵਿੱਚ, ਤਾਂ ਕਈ ਕਵੀ ਤਾਂ ਸਿਰਫ ਕੇਵਲ ਆਪਣੀ ਪੜ੍ਹ ਕੇ ਕਵਿਤਾ ਸੁਣਾ ਦਿੰਦੇ ਹਨ, ਪਰ ਕਈ ਤਰੰਨੁਮ ਵਿੱਚ ਗਾਉਂਦੇ ਹਨ ਤੇ ਕਈਆਂ ਨੂੰ ਜਿਨ੍ਹਾਂ ਨੂੰ ਸਮਝ ਹੁੰਦੀ ਹੈ ਉਹ ਪੂਰੇ ਸੁਰ 'ਚ ਔਰ ਲੈਅ ਦੇ ਵਿੱਚ ਪੜ੍ਹ ਕੇ ਆਪਣੀ ਕਵਿਤਾ ਨੂੰ ਸੰਗੀਤਮਈ ਤਰੀਕੇ ਦੇ ਨਾਲ ਸੁਣਾਉਂਦੇ ਹਨ। ਲੇਕਿਨ ਜੋ ਅਸੂਲ ਦੀ ਗੱਲ ਉਹ ਇਹ ਹੈ ਕਿ ਕਵਿਤਾ ਦੀ ਰਚਨਾ ਦੇ ਵਿੱਚ ਰਾਗ ਦੀ ਬੰਦਿਸ਼ ਦਾ ਕੋਈ ਜ਼ਰੂਰੀ ਰੋਲ ਨਹੀਂ ਹੈ। ਕਵਿਤਾ ਦੀ ਰਚਨਾ ਹੋਣ ਤੋਂ ਮਗਰੋਂ ਗਾਣ ਵਾਲਾ ਡਿਸਾਈਡ ਕਰ ਸਕਦਾ ਹੈ ਕਿ ਉਹਨੇ ਉਸ ਨੂੰ ਕਿਸ ਰਾਗ ਵਿੱਚ ਗਾਣਾ ਹੈ, ਜਾਂ ਈਵਨ ਰਾਗ ਦੀ ਬੰਦਿਸ਼ ਤੋਂ ਬਿਨਾਂ ਵੀ ਖੁੱਲੇ ਸਰੂਪ ਵਿੱਚ ਗਾਣਾ ਹੈ, ਉਹ ਬਿਨਾਂ ਰਾਗ ਤੋਂ ਵੀ ਗਾਇਆ ਜਾ ਸਕਦਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਸਾਰੀਆਂ ਬਾਣੀਆਂ ਬਹੁਤ ਸਾਰੇ ਸ਼ਬਦਾਂ ਦੇ ਉੱਤੇ ਰਾਗ ਨਿਯਤ
ਨਿਰਧਾਰਿਤ ਕੀਤੇ ਗਏ ਹਨ। ਉਹਦੀ ਵਜ੍ਹਾ ਇਹ ਸੀ ਵੀ ਗੁਰੂ ਨਾਨਕ ਪਾਤਸ਼ਾਹ ਖੁਦ ਸੰਗੀਤ ਦੇ ਬਹੁਤ ਵੱਡੇ ਜਾਣੂ ਸਨ, ਜਾਣਕਾਰ ਸਨ, ਔਰ 3 ਰਾਗ ਐਸੇ ਹਨ ਜਿਹੜੇ ਖੁਦ ਉਹਨਾਂ ਨੇ ਨਵੇਂ ਇਜਾਦ ਕੀਤੇ। ਤੋ ਜਦੋਂ ਵੀ ਉਹਨਾਂ ਨੂੰ ਬਾਣੀ ਧੁਰ ਦਰਗਾਹੋਂ ਆਉਂਦੀ ਸੀ, ਪ੍ਰਮਾਤਮਾ ਵੱਲੋਂ ਆਉਂਦੀ ਸੀ, ਤੇ ਉਹ ਮਰਦਾਨੇ ਨੂੰ ਹਦਾਇਤ ਕਰਦੇ ਹੁੰਦੇ ਸਨ ਕਿ ਮਰਦਾਨਿਆਂ ਰਬਾਬ ਵਜਾ, ਬਾਣੀ ਆਈ ਹੈ, ਤੇ ਉਸ ਬਾਣੀ ਨੂੰ ਉਹ ਗਾ ਕੇ ਤੇ ਮਰਦਾਨੇ ਨੂੰ ਸੁਣਾਉਂਦੇ ਸਨ, ਤੇ ਜਾਂ ਜੋ ਹੋਰ ਕੋਈ ਸੰਗਤ ਹੁੰਦੀ ਸੀ ਤਾਂ ਵੀ ਉਹ ਉੱਥੇ ਗਾ ਕੇ ਉਹ ਸ਼ਬਦ ਪੜ੍ਹਦੇ ਸਨ। ਸੋ ਇਹ ਉਹਨਾਂ ਦੀ ਇੰਡੀਵਿਜੂਅਲ ਚੋਇਸ ਸੀ, ਤੇ ਇਸ ਕਰਕੇ ਉਹਨਾਂ ਵੱਲੋਂ ਸੇਧ ਵੀ ਦਿੱਤੀ ਜਾਂਦੀ ਸੀ ਕਿ ਕਿਹੜੇ ਰਾਗ ਦੇ ਵਿੱਚ ਬਾਣੀ ਗਾਈ ਜਾਣੀ ਹੈ। ਹੁਣ ਜਿੱਥੇ ਤੱਕ ਸਵਾਲ ਹੈ ਭਗਤ ਜਨਾਂ ਦੀ ਰਚਨਾਵਾਂ ਦਾ, ਤੋ ਇਹ ਜਿਵੇਂ ਕਿ ਅਸੀਂ ਸਮਝ ਸਕਦੇ ਹਾਂ ਕਿ ਰਚਨਾਕਾਰ ਜੋ ਕਵਿਤਾ ਦਾ ਹੈ, ਇਹ ਉਹਦੀ ਆਪਣੀ ਚੋਇਸ ਹੈ ਕਿ ਉਹ ਆਪਣੀ ਪ੍ਰੈਫਰੈਂਸ ਦੇ ਮੁਤਾਬਕ ਉਹਦੇ ਉੱਤੇ ਕੋਈ ਹਿਦਾਇਤ ਦੇਵੇ ਜਾਂ ਨਾ ਦੇਵੇ। ਜੇ ਨਾ ਵੀ ਹਿਦਾਇਤ ਦਿੱਤੀ ਗਈ ਹੋਵੇ ਤਾਂ ਵੀ ਉਸ ਕਵਿਤਾ ਨੂੰ ਗਾਇਨ ਕਰਕੇ ਪੜ੍ਹਿਆ ਜਾ ਸਕਦਾ ਹੈ। ਪਰ ਪੁਰਾਣੇ ਗ੍ਰੰਥਾਂ ਦੀ ਖੋਜ ਕਰਕੇ ਸਾਨੂੰ ਜਿਹੜੀ ਇੱਕ ਜਾਣਕਾਰੀ ਨਜ਼ਰ ਆਈ ਹੈ ਕਿ ਭਗਤ ਰਵਿਦਾਸ ਜੀ ਦੇ ਜੋ ਪੁਰਾਤਨ ਸੰਗ੍ਰਹਿ ਅਵੇਲੇਬਲ ਹਨ, ਜਿਹੜੇ ਖਾਸ ਤੌਰ ਤੇ ਰਵਿਦਾਸੀ ਮੱਤ ਵਾਲੇ ਲੋਕਾਂ ਨੇ ਵੀ ਸਾਂਭ ਕੇ ਰੱਖੇ ਹੋਏ ਹਨ, ਉਹਨਾਂ ਦੇ ਪਾਸ ਜਿਹੜੇ ਗ੍ਰੰਥ ਨੇ ਉਹਨਾਂ ਦੇ ਵਿੱਚ ਵੀ ਜਿਹੜੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹਨ ਤੇ ਉਹਨਾਂ ਦੇ ਕੋਲ ਵੀ ਦਰਜ ਹਨ, ਉਹਨਾਂ ਦੇ ਗ੍ਰੰਥ ਦੇ ਅੰਦਰ ਵੀ ਉਹੀ ਰਾਗ ਦਾ ਸਿਰਲੇਖ ਉਹਨਾਂ ਦੇ ਗ੍ਰੰਥ ਵਿੱਚ ਵੀ ਦੇਖਣ ਨੂੰ ਮਿਲਦਾ ਹੈ। तो ਜਿਹਦੇ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਭਗਤ ਰਵਿਦਾਸ ਜੀ ਵੀ ਕਿਉਂਕਿ ਸੰਗੀਤ ਦੀ ਜਾਣਕਾਰੀ ਰੱਖਣ ਵਾਲੇ ਸਨ, ਤਾਂ ਉਹਨਾਂ ਨੇ ਵੀ ਆਪਣੇ ਵੱਲੋਂ ਰਾਗ ਨਿਰਧਾਰਿਤ ਕਰ ਦਿੱਤਾ ਸੀਗਾ। तो ਇਸ ਲਈ ਜਿਹੜੇ ਵੀ ਭਗਤਾਂ ਦੀ ਬਾਣੀ ਦੇ ਅੰਦਰ ਜਿਹੋ ਜਿਹਾ ਕੋਈ ਰਾਗ ਨਿਰਧਾਰਿਤ ਅਗਰ ਹੋ ਕੇ ਆਇਆ ਹੈ ਤਾਂ ਗੁਰੂ ਅਰਜਨ ਪਾਤਸ਼ਾਹ ਨੇ ਉਸੇ ਨੂੰ ਹੀ स्वीकार करके तो उसी तरीके उन्होंने दर्ज किया होएगा। और ये पॉसिबिलिटी है कि अगर जे कुछ भगतां ने अपनी रचना दे विच कोई राग निर्धारित अपने वालों करके सेध नहीं दी वो जड़े उस वेले फिर संपादना वेले गुरु अर्जन पातशाह ने उन्होंने सूटेबिलिटी के मुताबिक जिस राग विच गायन की उन्होंने लग्या होएगा कि भी ये ज़्यादा सूटेबल हैं तो उस राग को निर्धारित किया होएगा। पर अगर जो किसी भगत वालों पहला तो ही राग निर्धारित होकर नाल आया है तो ਉਹਦੇ ਵਿੱਚ ਗੁਰੂ ਸਾਹਿਬ ਨੇ ਕੋਈ ਫੇਰ ਬਦਲ नहीं की। तो मैं हुणे जिक्र किया कि गुरु नानक पातशाह ने 3 राग उच्चारण किए सी ते चैट विच सवाल आया भी किहड़े राग हैं। तो जो लिटरेचर चो पढ़न तो जो सेध मिलती है कि एक तो है राग माझ, एक है राग तुखारी और एक राग सूही। ये 3 राग जिहड़े हैं गुरु नानक पातशाह वालों नवे इजाद किए हुए दसे जाते हैं। वाहिगुरू जी का खालसा वाहिगुरू जी की फतेह। तो ये भी सवाल जिहड़ा है बड़ा नवेकला सवाल सी जिहड़ा सवालकर्ता ने किया बई साध सुखबीर सिंह ने कि आया रागां दी जिहड़ी उपर लिस्ट दिती या जिहड़ी फरिश्त दिती है टाइटल वो भगत साहबान ने दिती है कि गुरु साहबान ने। वीर जी MP सिंह जी ने सानू क्लीयर किया। मैं बेनती करदे हां जिस वेले तां गायन करन दा पार्ट है उस वेले तां ये बड़ा इंपॉर्टेंट है भी किहड़ा उपर राग जिहड़ा दिता है। पर आम जिहड़े असी लोग पढ़ते हैं गुरबाणी नूं पढ़न लई वो तां गुरबाणी नूं पढ़ के समझण दी लोड़ है ते जिहड़ा गायन दा पार्ट हैगा वो जिहड़े कीर्तनी सिंह ने ये शायद उन्हां दे लई ज़्यादा जरूरी है। और ये जिहड़ा सवाल आया इसदा जवाब वीर जी ने बखूबी दिता। मैं आस करदा वीर सुखबीर सिंह जी आप जी नूं इस सवाल नाल जरूर जिहड़ी तुहाडी संतुष्टि होएगी। तो आओ साध संगत जी सानू फूड स्टॉक कैनेडा तो साहब महेंद्र सिंह पुछते हैं कि जाप साहब की बाणी जिहड़ी है ये सिर्फ सवेरे क्यों पढ़ी जाती। मैं रिपीट कर रहा कि जाप साहब की बाणी पुछते हैं भी सिर्फ सवेरे ही क्यों पढ़ी जाती। मैं बेनती कर रहा भी हरजीत सिंह जी नूं बई वो इहदे बारे सानू दस्सण जो कि सवालकर्ता ने पूछा। वाहिगुरू जी का खालसा वाहिगुरू जी की फतेह। संसार दे विच हर चीज़ नूं किसी ना किसी डिसिपलिन विच रहना पैंदा है। इंसान दा जीवन भी एक डिसिपलिन विच है। इसे तरह सिख दा जीवन भी एक कौमी डिसिपलिन विच है। गुरु गोबिंद सिंह महाराज सच्चे पातशाह जी ने ज्योति जोत समाउण तो पहला गुरगद्दी की जिम्मेवारी गुरु ग्रंथ साहब ते गुरु पंथ नूं बख्शिश की। जोत गुरु ग्रंथ अंदर ते शरीर गुरु पंथ अंदर
ਇਹ ਗੱਲ ਮੰਨੀ ਜਾਂਦੀ ਹੈ। ਗੁਰੂ ਪੰਥ ਨੇ ਕੌਮੀ ਡਿਸਪਲਿਨ ਬਣਾਉਣ ਦੇ ਲਈ ਕੁਝ ਨਿਰਣੇ ਕੀਤੇ, ਕੁਝ ਫੈਸਲੇ ਕੀਤੇ। ਅਧਿਕਾਰ ਪੰਥ ਨੂੰ ਜੋ ਮਿਲਿਆ ਹੋਇਆ ਸੀ ਉਹਦੇ ਮੁਤਾਬਕ ਕੁਝ ਫੈਸਲੇ ਕੀਤੇ, ਪਰ ਫੈਸਲਿਆਂ ਦਾ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਪੁਰਾਤਨ ਰਹਿਤਨਾਮੇ ਜੋ ਮਿਲਦੇ ਸਨ, ਉਹਨਾਂ ਨੂੰ ਰੱਖਿਆ ਗਿਆ। ਤਾਂ ਜੋ ਗੁਰੂ ਪੰਥ ਦੇ ਫੈਸਲਿਆਂ ਦੇ ਵਿੱਚ ਸਿੱਖ ਰਹਿਤ ਮਰਿਆਦਾ ਸਾਡੇ ਹੋਂਦ ਵਿੱਚ ਆਈ, ਜੋ ਸਾਡੇ ਡਿਸਪਲਿਨ ਨੂੰ ਚਲਾਉਣ ਲਈ ਜ਼ਰੂਰੀ ਸੀ, ਅਨੁਸ਼ਾਸਨ ਨੂੰ ਚਲਾਉਣ ਲਈ ਜ਼ਰੂਰੀ ਸੀ। ਉਹਦੇ ਵਿੱਚ ਸਿੱਖ ਦੀ ਰਹਿਣੀ ਨੂੰ ਦੋ ਹਿੱਸਿਆਂ 'ਚ ਵੰਡਿਆ ਗਿਆ। ਇੱਕ ਸੀ ਸ਼ਖਸੀ ਰਹਿਣੀ, ਦੂਜਾ ਪੰਥਕ ਰਹਿਣੀ। ਸ਼ਖਸੀ ਰਹਿਣੀ ਦੇ 3 ਹਿੱਸੇ ਰੱਖੇ ਗਏ: ਨਾਮ ਬਾਣੀ ਦਾ ਅਭਿਆਸ, ਗੁਰਮਤਿ ਦੀ ਰਹਿਣੀ ਤੇ ਸੇਵਾ। ਨਾਮ ਬਾਣੀ ਦੇ ਅਭਿਆਸ ਵਿੱਚ ਫਿਰ ਉੱਥੇ ਦਰਜ ਕੀਤਾ ਗਿਆ, ਹਾਲਾਂਕਿ ਇਹ ਸਾਡਾ ਸਬਜੈਕਟ ਸਿੱਖ ਰਹਿਤ ਮਰਿਆਦਾ ਦਾ ਚੱਲ ਰਿਹਾ ਹੈ, ਉਹਦੇ 'ਚ ਦੁਬਾਰਾ ਫਿਰ ਇਹ ਜ਼ਿਕਰ ਆਏਗਾ। ਮੈਂ ਸੰਖੇਪ ਵਿੱਚ ਇੱਥੇ ਹੀ ਜ਼ਿਕਰ ਕਰ ਰਿਹਾ ਕਿ ਸਿੱਖ ਅੰਮ੍ਰਿਤ ਵੇਲੇ ਉੱਠੇ, ਪਹਿਰ ਰਾਤ ਰੰਗ ਦੀ ਜਾ ਕੇ ਇਸ਼ਨਾਨ ਕਰੇ, ਇੱਕ ਅਕਾਲ ਪੁਰਖ ਦਾ ਧਿਆਨ ਰੱਖੇ, ਵਾਹਿਗੁਰੂ ਨੂੰ ਯਾਦ ਕਰਦਾ ਹੋਇਆ ਨਿਤਨੇਮ ਦਾ ਪਾਠ ਕਰੇ। ਨਿਤਨੇਮ ਦੀਆਂ ਬਾਣੀਆਂ ਇਹ ਹਨ: ਜਪ ਭਾਵ ਜਪਜੀ ਸਾਹਿਬ, ਜਾਪ ਤੇ ਸਵਈਏ, ਤਪ ਪ੍ਰਸਾਦ ਸਵਈਏ, ਸਰਾਵਕ ਸੁਧ ਸਮੂਹ ਸਿਧਾਨ ਵਾਲੇ। ਇਹ ਬਾਣੀਆਂ ਅੰਮ੍ਰਿਤ ਵੇਲੇ ਪੜ੍ਹਨੀ ਤੇ ਸ਼ਾਮ ਨੂੰ ਸੋਦਾ ਰਹਿਰਾਸ ਤੇ ਸੌਣ ਤੋਂ ਪਹਿਲਾਂ ਸੋਹਿਲੇ ਦੀ ਬਾਣੀ ਪੜ੍ਹਨੀ। ਇਹ ਇੱਕ ਕੌਮੀ ਮਰਿਆਦਾ, ਕੌਮੀ ਡਿਸਪਲਿਨ ਬਣਾ ਦਿੱਤਾ ਗਿਆ ਕਿ ਕਮ ਸੇ ਕਮ ਇੰਨੀਆਂ ਕੁ ਬਾਣੀਆਂ ਦਾ ਪਾਠ ਗੁਰੂ ਦਾ ਸਿੱਖ ਜਿਹੜਾ ਹੈ ਸਵੇਰੇ ਜ਼ਰੂਰ ਕਰੇ। ਜੇ ਖੁੱਲਾ ਛੱਡ ਦਿੱਤਾ ਜਾਂਦਾ, ਫਿਰ ਸਾਡੀ ਮਰਜ਼ੀ ਸੀ, ਅਸੀਂ ਕਰਦੇ ਨਾ ਕਰਦੇ, ਅਸੀਂ ਕਰ ਲਿਆ ਤਾਂ ਵੀ ਠੀਕ ਹੈ, ਨਾ ਕੀਤਾ ਤਾਂ ਵੀ ਠੀਕ ਹੈ। ਪਰ ਇੱਕ ਸਾਨੂੰ ਤੇ ਬੰਦਿਸ਼ ਬਣਾ ਦਿੱਤੀ ਗਈ ਵੀ ਇਹ ਪਾਠ ਕਮ ਸੇ ਕਮ ਇੰਨਾ ਪਾਠ ਅਸੀਂ ਕਰਨਾ ਹੈ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਜਪਜੀ ਦਾ ਪਾਠ ਦੁਪਹਿਰ ਨੂੰ ਨਹੀਂ ਕਰ ਸਕਦੇ ਤੇ ਸ਼ਾਮ ਨੂੰ ਨਹੀਂ ਕਰ ਸਕਦੇ, ਜਾਂ ਜਾਪ ਸਾਹਿਬ ਦਾ ਪਾਠ ਅਸੀਂ ਦੁਬਾਰਾ ਨਹੀਂ ਕਰ ਸਕਦੇ ਜਾਂ ਸ਼ਾਮ ਨੂੰ ਨਹੀਂ ਕਰ ਸਕਦੇ। ਇਹ ਕੋਈ ਪਾਬੰਦੀ ਨਹੀਂ ਹੈ। ਪਾਬੰਦੀ ਇਹ ਹੈ ਕਿ ਅੰਮ੍ਰਿਤ ਵੇਲੇ ਜਦੋਂ ਅਸੀਂ ਨਿਤਨੇਮ ਕਰਦੇ ਹਾਂ, ਉੱਥੇ ਜ਼ਰੂਰ ਅਸੀਂ ਪਾਠ ਕਰਨਾ ਹੈ। ਇਸ ਤੋਂ ਇਲਾਵਾ ਜਦੋਂ ਵੀ ਸਮਾਂ ਮਿਲੇ, ਗੁਰਬਾਣੀ ਨੂੰ ਵਿਚਾਰਨਾ, ਗੁਰਬਾਣੀ ਦਾ ਪਾਠ ਕਰਨਾ, ਗੁਰਬਾਣੀ ਅਨੁਸਾਰ ਆਪਣੀ ਜ਼ਿੰਦਗੀ ਨੂੰ ਜਿਉਣ ਦੇ ਲਈ ਗੁਰਬਾਣੀ ਤੋਂ ਸੇਧ ਲੈਣੀ, ਅਰਥ ਵਿਚਾਰ ਕਰਨੇ, ਇਹ ਸਾਰੀਆਂ ਚੀਜ਼ਾਂ ਸਾਡੇ ਜੀਵਨ ਵਿੱਚ ਹੋਣੀਆਂ ਚਾਹੀਦੀਆਂ ਹਨ। ਪਰ ਕੌਮੀ ਮਰਿਆਦਾ, ਕੌਮੀ ਡਿਸਪਲਿਨ ਨੂੰ ਦੇਖਦਿਆਂ ਹੋਇਆ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਨੂੰ ਅਸੀਂ ਛੱਡ ਨਹੀਂ ਸਕਦੇ। ਹਾਂ, ਇਹ ਛੱਡ ਕੇ ਅਸੀਂ ਕਹੀ ਹੁਣ ਅਸੀਂ ਦੁਪਹਿਰ ਨੂੰ ਹੀ ਕਰਾਂਗੇ, ਇਹਦਾ ਮਤਲਬ ਅਸੀਂ ਢਿੱਲ ਮੱਠ ਹੈ, ਸਾਡੇ ਅੰਦਰ ਆਪਣੀ ਕਮਜ਼ੋਰੀ ਹੈ। ਅਸੀਂ ਆਪਣੀ ਕਮਜ਼ੋਰੀ ਨੂੰ ਛੁਪਾਉਣ ਦੇ ਲਈ ਇਹ ਨਹੀਂ ਕਰ ਸਕਦੇ ਵੀ ਅਸੀਂ ਇਹ ਪਾਠ ਰੋਜ਼ ਹੀ ਕਰ ਲਈਏ, ਰੋਜ਼ ਦੁਪਹਿਰੇ ਹੀ ਕਰਾਂਗੇ। ਹਾਂ, ਕਿਸੇ ਵੇਲੇ ਸਿਹਤ ਠੀਕ ਨਾ ਹੋਵੇ, ਸਫ਼ਰ ਵਿੱਚ ਹੋਵੇ, ਜਿੱਥੇ ਸਾਡੇ ਕੋਲੋਂ ਇਹ ਪ੍ਰਬੰਧ ਨਾ ਹੋ ਸਕਦਾ ਹੋਵੇ, ਅਸੀਂ ਇਸ ਪਾਠ ਨੂੰ ਅੰਮ੍ਰਿਤ ਵੇਲੇ ਨਹੀਂ ਕੀਤਾ, ਤਾਂ ਜਦੋਂ ਵੀ ਸਮਾਂ ਮਿਲੇ ਅਸੀਂ ਪਾਠ ਕਰਨਾ ਹੈ। ਮਸਲਾ ਸਿਰਫ ਗੁਰਬਾਣੀ ਨਾਲ ਜੁੜਨਾ, ਵਿਚਾਰਨਾ ਔਰ ਉਸ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣਾ ਹੈ। ਇਹ ਸਵੇਰੇ ਸਿਰਫ ਇਹ ਨਹੀਂ ਹੈ ਵੀ ਇੱਥੇ ਲਿਖਿਆ ਹੋਵੇ ਸਵੇਰੇ ਹੀ ਕਰਨ ਦੀ ਹਦਾਇਤ ਹੈ। ਸਵੇਰੇ ਇਹ ਹਦਾਇਤ ਹੈ ਵੀ ਇੱਕ ਸਾਡਾ ਕੌਮੀ ਡਿਸਪਲਿਨ ਹੈ। ਉਸ ਤੋਂ ਬਾਅਦ ਵੀ ਜਦੋਂ ਵੀ ਸਮਾਂ ਮਿਲੇ ਅਸੀਂ ਗੁਰਬਾਣੀ ਜਾਂ ਹੋਰ ਬਾਣੀਆਂ ਜਿਨ੍ਹਾਂ ਦਾ ਰਹਿਤ ਮਰਿਆਦਾ ਵਿੱਚ ਜ਼ਿਕਰ ਹੈ, ਉਹਨਾਂ ਦਾ ਪਾਠ ਅਸੀਂ ਕਿਸੇ ਵੇਲੇ ਵੀ ਕਰ ਸਕਦੇ ਹਾਂ। ਪਰ ਕੋਸ਼ਿਸ਼ ਇਹੀ ਕਰਨੀ ਚਾਹੀਦੀ ਹੈ ਕਿ ਕੌਮੀ ਡਿਸਪਲਿਨ ਨੂੰ ਦੇਖਦਿਆਂ ਹੋਇਆ ਅੰਮ੍ਰਿਤ ਵੇਲੇ ਦਾ ਨਿਤਨੇਮ, ਸ਼ਾਮ ਦਾ ਨਿਤਨੇਮ, ਇਹ ਸਾਡਾ ਜ਼ਰੂਰੀ ਇੱਕ ਬੰਦਿਸ਼ ਵਿੱਚ, ਇੱਕ ਮਰਿਆਦਾ ਵਿੱਚ ਰਹਿ ਕੇ ਜਿਹੜਾ ਹੈ ਉਹ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਠੀਕ ਦੱਸਿਆ ਕਿ ਮਰਿਆਦਾ ਅਨੁਸਾਰ ਹੀ ਰਹਿਣਾ ਬੜਾ ਜ਼ਰੂਰੀ ਹੈ। ਔਰ ਜੇਕਰ ਮਰਿਆਦਾ ਬਣਾਈ, ਅੱਜ ਕੱਲ੍ਹ ਵੀਰ ਜੀ ਰਹਿਤ ਤੇ ਵਿਆਖਿਆ ਕਰ ਹੀ ਰਹੇ ਨੇ, ਤਾਂ ਉਹਦੇ 'ਚ ਮਰਿਆਦਾ ਦਾ ਮਤਲਬ ਇਹ ਹੈ ਕਿ ਮਰਿਆਦਤ ਸਮੇਂ ਔਰ ਮਰਿਆਦਤ ਤਰੀਕੇ ਨਾਲ ਆਪਣਾ ਜੀਵਨ ਜੀਓ। ਕਿਉਂਕਿ ਜਿਸ ਵੇਲੇ ਅਸੀਂ ਕਿਸੇ ਮਰਿਆਦਾ 'ਚ ਰਹਿੰਦੇ ਹਾਂ ਤਾਂ ਉਹ ਅਸੀਂ ਅਸਲ 'ਚ ਮਰਿਆਦਾ ਨੂੰ ਕੋਈ ਬੰਦਿਸ਼ ਨਹੀਂ ਸਮਝਣੀ ਚਾਹੀਦੀ। ਮੈਨੂੰ ਇੱਕ ਕਿਸੇ ਲਿਖਾਰੀ ਦੀ ਤੁਕ ਯਾਦ ਆ ਰਹੀ ਹੈ। ਉਹਨੇ ਆਖਿਆ ਸੀ ਕਿ ਆਜ਼ਾਦੀ ਕਿਆ ਹੈ, आज़ादी क्या है, आज़ादी की कुछ पाबंदियां, जो इनका पाबंद है वो असल में आज़ाद है। तो मर्यादा जी कोई पाबंदी नहीं है, साड़ी आज़ादी भाव है कि सानू एक डिसिपलिन च लियाउंदी है। तो हाँ, वीर जी नाले भी दसदा भी अगर कोई मजबूरी होवे तो अगे पिछे कर लीए तो कोई उहदे च वहम वाली गल नहीं है। और सिख मत विच तो वहम है ही कोई नहीं है, किसी किस्म का कोई भरम नहीं है। पर यह गल जरूरी है कि जिहड़ा काम सानू जिस समय वो एक फ्रेज है कि स्टिच इन टाइम सेव्स 9, तो जिहड़ी चीज़ समय सिर की जाए वो चंगी लगती है।
ਔਰ ਉਂਝ ਵੀ ਮੈਂ ਸਮਝਦਾ ਵੀ ਜੇ ਸਵੇਰੇ ਮਜਬੂਰੀ ਕੋਈ ਨਹੀਂ ਹੈ ਤੇ ਅਸੀਂ ਕਿਉਂ ਉਹਨੂੰ ਪੁੱਟ ਆਫ ਕਰੀਏ, ਤੇ ਜੇ ਅਸੀਂ ਪੁੱਟ ਆਫ ਕਰਾਂਗੇ ਤੇ ਉਹ ਕਈ ਵਾਰ ਹੋ ਸਕਦਾ ਰਹਿ ਹੀ ਜਾਏ, ਤੇ ਢਿੱਲ ਨਹੀਂ ਪਾਣੀ ਚਾਹੀਦੀ। ਔਰ ਦੂਜੀ ਗੱਲ ਇਹ ਹੈ ਕਿ ਮੈਂ ਬੇਨਤੀ ਕਰਦਾ ਹੁੰਦਾ ਕਿ ਜਿਸ ਵੇਲੇ ਪਾਠ ਕਰੀਏ, ਸੰਗਤ ਵਿੱਚ ਜਾਈਏ ਨਾ, ਉੱਥੇ ਮਜਬੂਰੀ ਸਮਝ ਕੇ ਨਾ ਜਾਈਏ, ਅਸੀਂ ਉਤਸ਼ਾਹ ਨਾਲ ਜਾਈਏ। ਜਿਵੇਂ ਕਿਸੇ ਮੇਲੇ ਤੇ ਜਾਣਾ ਹੋਵੇ ਜਾਂ ਕਿਸੇ ਨੇ ਬਰਾਤ ਤੇ ਜਾਣਾ ਹੋਵੇ ਨਾ, ਤੇ ਕਦੀ ਉਹਦੀ ਮਨੋਦਸ਼ਾ ਦੇਖੋ ਕਿੰਨੇ ਉਤਸ਼ਾਹ 'ਚ ਹੁੰਦਾ ਉਸ ਵੇਲੇ, ਜਿਵੇਂ ਮੇਲੇ ਚੱਲੇ। ਇਸੇ ਤਰ੍ਹਾਂ ਜੇ ਸੰਗਤ ਜਾਈਏ ਜਾਂ ਅਸੀਂ ਨਿਤਨੇਮ ਕਰੀਏ, ਸਾਡੇ 'ਚ ਉਤਸ਼ਾਹ ਹੋਣਾ ਚਾਹੀਦਾ ਵੀ ਸਤਿਗੁਰੂ ਨੇ ਸਾਨੂੰ ਮੌਕਾ ਦਿੱਤਾ ਤੇ ਆਓ ਆਪਾਂ ਇਹਦਾ ਲਾਭ ਲਈਏ। ਤੋ ਬਾਕੀ ਦੇਖੋ ਜਿਹੜੇ ਦੁਨਿਆਵੀ ਕੰਮ ਨੇ, ਆਪਾਂ ਦੁਕਾਨ ਖੋਲ੍ਹਦੇ ਹਾਂ ਉਹਦਾ ਕੋਈ ਸਮਾਂ ਰੱਖਿਆ ਹੈ, ਦਫ਼ਤਰ ਜਾਂਦੇ ਹਾਂ ਉਹਦਾ ਕੋਈ ਸਮਾਂ ਰੱਖਿਆ ਹੈ, ਖਾਣ ਪੀਣ ਦਾ ਸਮਾਂ ਤਕਰੀਬਨ ਸਾਡਾ ਨਿਸ਼ਚਿਤ ਹੁੰਦਾ ਹੈ ਵੀ ਕਿੰਨੇ ਵਜੇ ਬ੍ਰੇਕਫਾਸਟ, ਹਰ ਇੱਕ ਦਾ ਆਪੋ ਆਪਣਾ ਹੁੰਦਾ। ਪਰ ਮੈਂ ਸਮਝਦਾ ਤਕਰੀਬਨ ਆਲਮੋਸਟ ਉਸੇ ਟਾਈਮ ਹੀ ਅਸੀਂ ਬ੍ਰੇਕਫਾਸਟ ਦਾ ਟਾਈਮ, ਲੰਚ ਦਾ ਟਾਈਮ ਜਾਂ ਡਿਨਰ ਦਾ ਜਿਹੜਾ ਵੀ ਟਾਈਮ ਹੈ ਉਹ ਰੱਖਿਆ। ਉਸ ਵੇਲੇ ਆਪਣੇ ਆਪ ਘੰਟੀਆਂ ਖੜਕਣੀਆਂ ਸ਼ੁਰੂ ਹੋ ਜਾਂਦੀ ਵੀ ਇਸ ਚੀਜ਼ ਦੀ ਜ਼ਰੂਰਤ ਹੈ। ਤੇ ਇਸੇ ਤਰ੍ਹਾਂ ਜਿਸ ਵੇਲੇ ਨਿਤਨੇਮ ਦੀ ਵਾਰੀ ਆਵੇ, ਸਮਾਂ ਆਵੇ, ਸਾਡੇ ਅੰਦਰ ਘੰਟੀ ਖੜਕਣੀ ਚਾਹੀਦੀ ਹੈ, ਭਲਿਆ ਹੁਣ ਨਿਤਨੇਮ ਦਾ ਸਮਾਂ ਆ ਗਿਆ। ਤੇ ਇਹੋ ਜਿਹੇ ਜਿਹੜੇ ਸਵਾਲ ਨੇ ਕਰਨੇ ਬਈ ਇਸ ਵੇਲੇ ਨਾ ਕਰੀਏ, ਇਸ ਵੇਲੇ ਨਾ ਕਰੀਏ, ਮੈਂ ਸਮਝਦਾ ਵੀ ਇਹ ਵੀ ਕਿਸੇ ਕਮਜ਼ੋਰੀ ਦੀ ਨਿਸ਼ਾਨੀ ਤੋਂ ਘੱਟ ਨਹੀਂ, ਤੇ ਸਾਨੂੰ ਕਮਜ਼ੋਰੀ ਨਹੀਂ ਦਿਖਾਣੀ ਚਾਹੀਦੀ। ਬਾਣੀ ਤੇ ਸਾਨੂੰ ਬੜੇ ਉਤਸ਼ਾਹ ਹੁਲਾਸ ਨਾਲ ਪੜ੍ਹਨੀ ਚਾਹੀਦੀ। ਵੀਰ ਹਰਜੀਤ ਸਿੰਘ ਜੀ, ਆਪ ਜੀ ਦਾ ਧੰਨਵਾਦ ਹੈ। ਔਰ ਮੈਂ ਸੰਗਤ ਨੂੰ ਬੇਨਤੀ ਫਿਰ ਕਰ ਰਿਹਾ ਕਿ ਕਿਉਂਕਿ ਅੱਜ ਕੱਲ੍ਹ ਬੁੱਧ ਵੀਰਵਾਰ ਜਿਹੜੀ ਹੈ, ਵੀਰ ਜੀ ਹਰਜੀਤ ਸਿੰਘ ਸਿੱਖ ਰਹਿਤ ਮਰਿਆਦਾ ਦੀ ਗੱਲਬਾਤ ਕਰ ਰਹੇ ਨੇ, ਉਹਦੇ ਵਿੱਚ ਇਹ ਗੱਲਾਂ ਜਿਹੜੀਆਂ ਹੋਰ ਸਾਨੂੰ ਦ੍ਰਿੜ ਹੋਣਗੀਆਂ ਤੇ ਕਿਉਂ ਕਿ ਸਾਡਾ ਮਰਿਆਦਾ ਵਿੱਚ ਰਹਿਣਾ ਕਿਉਂ ਜ਼ਰੂਰੀ। ਤੋ ਅਗਲਾ ਸਵਾਲ ਜਿਹੜਾ ਸਾਧ ਸੰਗਤ ਜੀ, ਉਹ ਵੀ ਸਰ ਸੁਖਬੀਰ ਸਿੰਘ ਜੀ ਹੋਰਾਂ ਦਾ ਹੈ, ਦਿੱਲੀ ਤੋਂ ਹੈ। ਉਹ ਕਹਿੰਦੇ ਨੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 315 ਤੇ ਇੱਕ ਸ਼ਬਦ ਹੈ, ਸ਼ਲੋਕ ਹੈ, ਤਪਾ ਨਾ ਹੋਵੇ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰਿਆ ਜਜਮਾਲਿਆ, ਅੱਗੋਂ ਦੇ ਸਦਿਆ ਸੱਤੇ ਦੀ ਭਿੱਖਿਆ ਲੈਣਾ, ਪਿੱਛੋਂ ਦੇ ਆਣ ਤੱਪੇ ਪੁੱਤ ਵਿੱਚ ਬਹਾ ਲਿਆ। ਉਹਨਾਂ ਦਾ ਸਵਾਲ ਇਹ ਹੈ ਵੀ ਇਹਦਾ ਅਰਥ ਭਾਵ ਦੱਸੋ। ਤਾਂ ਮੈਂ ਬੇਨਤੀ ਕਰਦੇ ਹਾਂ ਕਿ ਅਰਥ ਭਾਵ ਤੋਂ ਪਹਿਲਾਂ ਮੈਂ ਇਹਦੀ ਥੋੜੀ ਜਿਹੀ ਬੈਕਗਰਾਉਂਡ ਜਿਹੜੀ ਹੈ ਉਹ ਸੰਗਤ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਗੁਰੂ ਨਾਨਕ ਘਰ ਵਿੱਚ ਬੜੀਆਂ ਵਿਲੱਖਣ ਗੱਲਾਂ ਜਿਹੜੀਆਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ੁਰੂ ਕੀਤੀਆਂ ਸੀ, ਔਰ ਉਹਦੇ ਪਿੱਛੇ ਬੜੀ ਵੱਡੀ ਇੱਕ ਫਿਲਾਸਫੀ ਹੈ। ਤੇ ਉਹ ਗੱਲਾਂ ਕਿਹੜੀਆਂ ਨੇ, ਉਹਨਾਂ ਚੋਂ ਇੱਕ ਦੋ ਗੱਲਾਂ ਜਿਹੜੀਆਂ ਬੜੀਆਂ ਇੰਪੋਰਟੈਂਟ ਸਨ, ਉਹ ਇਹ ਸਨ ਕਿ ਗੁਰੂ ਮਹਾਰਾਜ ਨੇ ਸਾਂਝਾ ਲੰਗਰ ਜਿਹੜਾ ਲੰਗਰ ਸ਼ੁਰੂ ਕੀਤਾ, ਔਰ ਦੂਸਰਾ ਇਹ ਹੈ ਕਿ ਸਾਂਝੀਆਂ ਬੋਲੀਆਂ, ਖੂਹ ਔਰ ਸਰੋਵਰ ਜਿਹੜੇ ਨੇ ਬਣਾਏ। ਜਿੱਥੇ ਇਹਨਾਂ ਚੀਜ਼ਾਂ ਦੀ ਜੇ ਬੋਲੀਆਂ, ਖੂਹ ਜਾਂ ਸਰੋਵਰ ਜਿਹੜੇ ਜਿੱਥੇ ਪਾਣੀ ਦੀ ਜ਼ਰੂਰਤ ਪੂਰੀ ਕਰਨੀ ਜ਼ਰੂਰੀ ਸੀ, ਕਿਉਂਕਿ ਉਸ ਸਮੇਂ ਪਾਣੀ ਦੀ ਬੜੀ ਕਿਲਤ ਸੀ, ਖਾਸ ਕਰਕੇ ਪੰਜਵੇਂ ਪਾਤਸ਼ਾਹ ਜੀ ਦੇ ਸਮੇਂ ਪਾਣੀ ਦੀ ਬੜੀ ਕਿਲਤ ਹੋਣ ਕਰਕੇ ਤੁਸੀਂ ਦੇਖੋ ਕਿ ਦਰਬਾਰ ਸਾਹਿਬ ਜੇ ਸਰੋਵਰ ਹੈ ਤੇ ਨਾਲ ਹੀ ਕੁਝ ਥੋੜੀ ਜਿਹੀ ਵਿੱਥ ਤੇ ਹੀ ਰਾਮਸਰ ਸਰੋਵਰ ਵੀ। ਇੰਨੇ ਨੇੜੇ ਨੇੜੇ ਦੋ ਸਰੋਵਰ ਬਣਾਉਣ ਦਾ ਪਰਪਸ ਇਹੀ ਸੀਗਾ ਕਿ ਗੁਰੂ ਮਹਾਰਾਜ ਨੇ, ਕਿਉਂਕਿ ਇਹ ਨਵਾਂ ਨਗਰ ਵਸਾਇਆ ਸੀਗਾ ਤੇ ਪਾਣੀ ਦੀ ਕਿਲਤ ਨੂੰ ਦੂਰ ਕਰਨ ਲਈ, ਪਾਣੀ ਪੀਣ ਲਈ ਜਾਂ ਬਾਕੀ ਕੰਮਾਂ ਲਈ ਪਾਣੀ ਜ਼ਰੂਰੀ ਸੀ। ਇਸੇ ਤਰ੍ਹਾਂ ਨਾਲ ਹੀ ਅੰਮ੍ਰਿਤਸਰ ਸਾਹਿਬ ਦੇ ਪਰਲੇ ਪਾਸੇ 6 ਹਲਟਾ, ਜਿੱਥੇ 6 ਹਲਟ ਇਕੱਠੇ ਲਾਏ ਮਹਾਰਾਜ ਨੇ, ਔਰ ਤਰਨਤਾਰਨ ਦੇ ਇਲਾਕੇ 'ਚ ਹੋਰ ਵੀ ਕਈ ਇਸ ਦੀਆਂ ਬੋਲੀਆਂ, ਖੂਹ ਲਵਾਏ, ਕਿਉਂਕਿ ਲੋਕਾਂ ਨੂੰ ਪਾਣੀ ਦੀ ਬੜੀ ਭਾਰੀ ਕਿਲਤ ਸੀ। ਮੈਂ ਭਾਵੇਂ ਆਊਟ ਆਫ ਦੀ ਵੇ ਹੈ ਪਰ ਦੱਸਣਾ ਚਾਹੁੰਦਾ ਕਿ ਗੁਰੂ ਸਾਹਿਬਾਨ ਨੇ ਕੇਵਲ ਸਪਿਰਿਚੁਅਲਿਟੀ ਦੀ ਗੱਲ ਨਹੀਂ ਕੀਤੀ, ਸਾਡੀ ਜਿਹੜੀ ਸੋਸ਼ਲ ਨੀਡਸ ਨੇ ਜਾਂ ਜਿਹੜੀਆਂ ਸਾਡੀਆਂ ਇਕਨੋਮਿਕ ਨੀਡਸ ਨੇ, ਉਹਨਾਂ ਤੇ ਵੀ ਬੜਾ ਜ਼ਬਰਦਸਤ ਗੁਰੂ ਮਹਾਰਾਜ ਦੀ ਪਲੈਨਿੰਗ ਸੀ ਔਰ ਉਹਨਾਂ ਨੇ ਐਗਜ਼ੀਕਿਊਟ ਕੀਤੀ। ਜਿਸ ਤਰ੍ਹਾਂ ਕਿ ਮੈਂ ਹੁਣੇ ਬੇਨਤੀ ਕਰ ਰਿਹਾ ਕਿ ਅੰਮ੍ਰਿਤਸਰ ਸਾਹਿਬ ਜਿਹੜਾ ਸ਼ਹਿਰ ਵਸਾਇਆ ਔਰ ਉਹਦੇ 'ਚ 52 ਤਰ੍ਹਾਂ ਦੇ ਜਿਹੜੇ ਬਿਜ਼ਨਸ ਨੇ ਉਹ ਸਥਾਪਿਤ ਕੀਤੇ, ਇਹ ਇੱਕ ਇਕਨੋਮਿਕ ਐਪਲਿਫਟ ਲਈ ਸੀ। ਤੇ ਇਹ ਜਿਹੜੀਆਂ ਸੋਸ਼ਲ ਸਾਡੀਆਂ ਨੀਡਸ ਸਨ, ਪਾਣੀ ਦੀ ਕਿੱਲਤ ਹੈ, ਉਹਦੇ ਲਈ ਮਹਾਰਾਜ ਨੇ ਦੇਖੋ ਖੂਹ, ਬੋਲੀਆਂ, ਸਰੋਵਰ ਲਵਾਏ ਨੇ। ਤਾਂ ਇਹ ਇੱਕ ਬੜਾ ਕ੍ਰਾਂਤੀਕਾਰੀ ਜਿਹੜੇ ਨੇ ਉਹ ਜਿੱਥੇ ਕੰਮ ਸਨ, ਉੱਥੇ ਜਿੱਥੇ ਇਹ ਸਰੋਵਰ, ਬੋਲੀਆਂ ਜਿਹੜੀਆਂ ਨੇ ਪਾਣੀ ਦੀ ਦਿੱਕਤ ਨੂੰ ਪੂਰੀਆਂ ਕਰਦੇ ਨੇ, ਉੱਥੇ ਇੱਕ ਬੜਾ ਵੱਡਾ ਇਹਦੇ ਪਿੱਛੇ ਜਿਹੜੀ ਫਿਲਾਸਫੀ ਲੁਕੀ ਇਹ ਸੀ ਕਿ ਉਸ ਸਮੇਂ ਜ਼ਾਤ ਪਾਤ ਬੜੀ ਜ਼ੋਰਾਂ ਤੇ ਸੀ। ਉਹ ਹੈ, ਹੁਣ ਵੀ ਹੈ, ਥੋੜੀ ਘੱਟ ਵੱਧ ਗਈ ਹੋਣੀ ਹੈ, ਪਰ ਉਸ ਵੇਲੇ ਬਹੁਤ ਜ਼ੋਰਾਂ ਤੇ ਸੀ ਕਿ ਇੱਕ ਖੂਹ ਜਿਹੜਾ ਅਗਰ ਉਹਦੇ 'ਚ ਕੋਈ ਉੱਚੀ ਜ਼ਾਤ ਵਾਲਾ ਪਾਣੀ ਪੀ ਰਿਹਾ ਜਾਂ ਪਾਣੀ ਭਰਦਾ, ਤਾਂ ਨੀਵੀਂ ਜ਼ਾਤ ਵਾਲਾ ਉੱਥੋਂ ਪਾਣੀ ਭਰਨਾ ਤਾਂ ਕੀ ਹੈ, ਉਹਦੇ ਲਾਗਿਓਂ ਨਹੀਂ ਲੰਘ ਸਕਦਾ ਕਿ ਉਹਦਾ ਪਰਛਾਵਾਂ ਨਾ ਉੱਤੇ ਪੈ ਜਾਏ ਤੇ ਉਹ ਖੂਹ ਦਾ ਪਾਣੀ ਜਿਹੜਾ ਉਹ ਭ੍ਰਿਸ਼ਟ ਨਾ ਹੋ ਜਾਏ। ਤਾਂ ਐਡੀ ਜ਼ਬਰਦਸਤ ਮਨੁੱਖਤਾ ਦੇ ਵਿੱਚ ਵੰਡ ਪਈ ਸੀ
ਔਰ ਜਿੰਨੇ ਵੀ ਗਰੀਬ ਲੋਕ ਜਾਂ ਸੋ ਕਾਲਡ ਦਲਿਤ ਲੋਕ ਨੇ ਉਹਨਾਂ ਲਈ ਤਾਂ ਜੀਵਣਾ ਜਿਹੜਾ ਬੜਾ ਦੁੱਭਰ ਸੀ। ਤੇ ਗੁਰੂ ਸਾਹਿਬਾਨ ਨੇ ਇਹੋ ਜਿਹੇ ਕਈ ਕੰਮ ਕੀਤੇ ਜਿਸ ਕਰਕੇ ਸੰਗਤਾਂ ਨੂੰ, ਲੋਕਾਂ ਨੂੰ ਇੱਕ ਪਲੇਟਫਾਰਮ ਤੇ ਲਿਆਉਣ ਲਈ ਔਰ ਉਹਨਾਂ ਦੇ ਮਨ ਚੋਂ ਇਹ ਜਿਹੜਾ ਜ਼ਾਤ ਪਾਤ ਦਾ ਭਰਮ ਵਹਿਮ ਹੈ ਉਹ ਕੱਢਣ ਲਈ ਮਹਾਰਾਜ ਨੇ ਇਹ ਕੀਤੇ। ਔਰ ਇਸੇ ਤਰ੍ਹਾਂ ਗੋਇੰਦਵਾਲ ਸਾਹਿਬ ਮਹਾਰਾਜ ਨੇ ਜਿਹੜੀ ਬੋਲੀ ਦੀ ਰਚਨਾ ਕੀਤੀ ਹੈ, ਜਿਨ੍ਹਾਂ ਨੇ ਗੋਇੰਦਵਾਲ ਸਾਹਿਬ ਦੇ ਦਰਸ਼ਨ ਕੀਤੇ ਨੇ ਉਹਨਾਂ ਜ਼ਰੂਰ ਦੇਖਿਆ ਕਿ ਉਹ ਬੋਲੀ ਦੀ ਰਚਨਾ ਹੈ ਹੀ ਇਸੇ ਕਰਕੇ ਸੀਗੀ ਕਿਉਂਕਿ ਦੂਜਿਆਂ ਕਈ ਮਤਾਂ ਦੇ ਅਨੁਸਾਰ ਚਲਦੇ ਪਾਣੀ ਵਿੱਚ ਅਗਰ ਕੋਈ ਨਹਾ ਲੈਂਦਾ ਹੈ ਤੇ ਪਾਣੀ ਨੂੰ ਕੁਝ ਨਹੀਂ ਹੁੰਦਾ, ਪਰ ਜਿਹੜਾ ਖੜਾ ਪਾਣੀ ਹੈ ਉਹਦੇ ਵਿੱਚ ਅਗਰ ਕੋਈ ਨੀਵੀਂ ਜਾਤ ਵਾਲਾ ਨਹਾ ਲਵੇ ਤਾਂ ਉੱਚੀ ਜਾਤ ਦੇ ਫਿਰ ਉਹ ਵਰਤਣਯੋਗ ਨਹੀਂ ਰਹਿੰਦਾ। ਤੇ ਗੁਰੂ ਸਾਹਿਬ ਨੇ ਉੱਥੇ ਬੌਲੀ ਜਿਹੜੀ ਹੈ ਉਹ ਲਵਾਈ ਕਿਉਂਕਿ ਹਾਲਾਂਕਿ ਤੁਸੀਂ ਦੇਖੋ ਜਿੱਥੇ ਗੋਇੰਦਵਾਲ ਸਾਹਿਬ ਬੌਲੀ ਲਾਈ ਹੁਣ ਤਾਂ ਉਹ ਦਰਿਆ ਸੁੱਕ ਗਿਆ, ਕਿਤੇ ਪਰਿਆ ਮਾੜਾ ਮੋਟਾ ਚਲੇ ਗਿਆ, ਪਰ ਉਸ ਵੇਲੇ ਬਿਲਕੁਲ ਗੋਇੰਦਵਾਲ ਦੇ ਵਿੱਚੋਂ ਦੀ ਲੰਘਦਾ ਸੀ ਦਰਿਆ ਕੋਲ ਹੈ, ਪਰ ਫਿਰ ਵੀ ਬੌਲੀ ਲਾਉਣ ਦੀ ਕਿਉਂ ਜ਼ਰੂਰਤ ਸੀ? ਕਿਉਂਕਿ ਚਲਦੇ ਪਾਣੀ ਵਿੱਚ ਕਹਿੰਦੇ ਨੇ ਵੀ ਪਿੱਟ ਨਹੀਂ ਹੁੰਦੀ। ਤਾਂ ਮਹਾਰਾਜ ਨੇ ਬੌਲੀ ਬਣਾਤੀ ਵੀ ਜੇ ਇਹ ਗੱਲ ਹੈ ਤੇ ਆਓ ਪਹਿਲੇ ਬੌਲੀ 'ਚ ਇਸ਼ਨਾਨ ਕਰੋ, ਤੁਹਾਡੀ ਪਿੱਟ ਦਾ ਜਿਹੜਾ ਵਹਿਮ ਹੈ ਉਹ ਖਤਮ ਹੋ ਜਾਏ। ਤੋ ਦੂਸਰੀ ਗੱਲ ਮੈਂ ਬੇਨਤੀ ਕਰ ਰਿਹਾ ਸੰਗਤ, ਇਹ ਲੰਗਰ ਵੀ ਸਾਰਿਆਂ ਨੂੰ ਇਕੱਠੇ ਬਿਠਾ ਕੇ ਛਕਾਇਆ ਜਾਂਦਾ ਸੀ ਤਾਂ ਜੇ ਊਚ ਨੀਚ ਛੂਤ ਛਾਤ ਦਾ ਜਿਹਨਾਂ ਦੇ ਮਨ ਵਿੱਚ ਭਰਮ ਹੈ, ਕੋੜ ਹੈ, ਉਹ ਨਿਕਲ ਜਾਏ। ਤੋ ਗੁਰੂ ਸਾਹਿਬਾਨ ਨੇ ਇਹ ਜਿਹੜਾ ਅੱਜ ਸਾਡੇ ਕੋਲ ਸਵਾਲ ਆਇਆ, ਇਹ ਸ਼ਲੋਕ ਮਹਿਲਾ ਚੌਥਾ ਗੁਰੂ ਰਾਮਦਾਸ ਜੀ ਦਾ ਉਚਾਰਿਆ ਸ਼ਲੋਕ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 315 ਤੇ ਕਿ ਤਪਾ ਨਾ ਹੋਵੇ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰੇ ਜਜਮਾਲਿਆ। ਅੱਗੋਂ ਦੇ ਸਦਿਆ ਸੱਤੇ ਦੀ ਭਿੱਖਿਆ ਲੈ ਨਹੀਂ, ਪਿੱਛੋਂ ਦੇ ਆਣ ਤਪੇ ਪੁੱਤ ਵਿੱਚ ਬਹਾ ਲੈ। ਇਹਦੇ 'ਚ ਕੀ ਹੈਗਾ ਕਿ ਜਿਹੜੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਵੀ ਆਇਆ ਸਾਰੇ ਜਿਹੜੀ ਸੰਗਤ ਹੈ ਇਲਾਕੇ ਦੀ ਉਹ ਲੰਗਰ ਛਕਣ ਆ ਰਹੀ ਹੈ ਕਿ ਨਹੀਂ ਆ ਰਹੀ, ਤਾਂ ਉਹਨਾਂ ਨੂੰ ਦੱਸਿਆ ਗਿਆ ਵੀ ਕੁਝ ਇੱਕ ਐਸੇ ਪ੍ਰਾਣੀ ਨੇ ਜਿਹੜੇ ਨਹੀਂ ਆਉਂਦੇ। ਉਹ ਖਾਸ ਕਰਕੇ ਉੱਥੇ ਇੱਕ ਤਪਾ ਰਹਿੰਦਾ ਸੀ ਤੇ ਉਹ ਤਪਾ ਜਿਹੜਾ ਹੈ ਉਹ ਹਮੇਸ਼ਾ ਇਹ ਪ੍ਰਚਾਰ ਕਰਦਾ ਸੀ ਬਈ ਇਹਨਾਂ ਦੇ ਮਗਰ ਨਾ ਜਾਓ, ਗੁਰੂ ਅਮਰਦਾਸ ਜੀ ਦੇ ਇਹਨਾਂ ਦੇ ਮਗਰ ਨਾ ਜਾਓ, ਤੁਹਾਡਾ ਜਨਮ ਭ੍ਰਿਸ਼ਟਾਂ ਨੇ ਕਰਤਾ, ਤੁਹਾਨੂੰ ਇਕੱਠਿਆਂ ਬਿਠਾ ਕੇ ਲੰਗਰ ਛਕਾਉਂਦੇ ਨੇ, ਇਕੱਠੇ ਇੱਕ ਬੋਲੀ 'ਚੋਂ ਇਸ਼ਨਾਨ ਕਰਨ ਨੂੰ ਕਹਿੰਦੇ ਨੇ ਤੇ ਇਸ ਕਰਕੇ ਨਾ ਜਾਓ। ਤੇ ਕਈ ਲੋਕ ਜਿਹੜੇ ਉਸ ਤਪੇ ਤੇ ਵਿਸ਼ਵਾਸ ਰੱਖਦੇ ਸਨ ਉਹ ਫਿਰ ਨਹੀਂ ਸੀ ਆਉਂਦੇ ਤੇ ਗੁਰੂ ਮਹਾਰਾਜ ਨੇ ਇਹ ਜੋ ਮਤਲਬ ਹੈ ਵੀ ਪ੍ਰਚਲਿਤ ਹੈ, ਮੈਂ ਉਹ ਸਾਖੀ ਆਪ ਜੀ ਨੂੰ ਸੁਣਾ ਰਿਹਾ। ਉਸ ਵੇਲੇ ਐਲਾਨ ਕੀਤਾ ਗਿਆ ਵੀ ਅੱਜ ਫਲਾਣੇ ਦਿਨ ਲੰਗਰ ਜਿਹੜਾ ਛਕਣ ਆਏਗਾ ਉਹਨਾਂ ਨੂੰ ਇੱਕ ਇੱਕ ਸੋਨੇ ਦੀ ਮੋਹਰ ਨਾਲ ਦਿੱਤੀ ਜਾਏਗੀ। ਤੇ ਫਿਰ ਕੀ ਸੀਗਾ, ਸੋਨੇ ਦੀ ਮੋਹਰ ਮਿਲਣੀ ਹੈ। ਬੜੇ ਸੰਗਤ ਜਿਹੜੀ ਨਹੀਂ ਵੀ ਸੀ ਆਉਂਦੀ ਉਹ ਆ ਗਈ। ਅਗਲੇ ਦਿਨ ਮਹਾਰਾਜ ਨੇ ਪੁੱਛਿਆ, ਉਹ ਕਹਿਣ ਲੱਗੇ ਜੀ ਥੋੜੇ ਜਿਹੇ ਰਹਿ ਗਏ ਨੇ। ਤੇ ਉਹਨਾਂ ਨੇ ਕਿਹਾ ਚਲੋ ਅੱਜ ਐਲਾਨ ਕਰ ਦਿਓ ਵੀ ਜਿਹੜਾ ਆਏਗਾ ਉਹਨੂੰ 2 ਮੋਹਰਾਂ ਸੋਨੇ ਦੀਆਂ ਮਿਲਣਗੀਆਂ ਲੰਗਰ ਛਕਣ ਤੋਂ ਬਾਅਦ। ਫਿਰ ਵੀ ਆਈ ਸੰਗਤ, ਹੋਰ ਆ ਗਈ। ਫਿਰ ਪੁੱਛਿਆ, ਉਹ ਕਹਿਣ ਲੱਗੇ ਜੀ ਸਾਰੇ ਆ ਗਏ ਨੇ, ਹੁਣ ਤਕਰੀਬਨ ਸਭ ਆ ਗਏ ਨੇ ਤਕਰੀਬਨ, ਤਪਾ ਜਿਹੜਾ ਹੈਗਾ ਉਹ ਆਪ ਨਹੀਂ ਆਇਆ। ਤੇ ਮਹਾਰਾਜ ਨੇ ਕਿਹਾ ਕੋਈ ਨਹੀਂ, ਅੱਜ ਤੁਸੀਂ ਐਲਾਨ ਕਰ ਦਿਓ ਬਈ ਜਿਹੜਾ ਲੰਗਰ ਛਕਣ ਆਏ ਉਹਨੂੰ 3 ਮੋਹਰਾਂ ਸੋਨੇ ਦੀਆਂ ਨਾਲ ਦਿੱਤੀਆਂ ਜਾਣਗੀਆਂ। ਜਿਸ ਵੇਲੇ ਇਹ ਐਲਾਨ ਤਪੇ ਨੇ ਸੁਣਿਆ ਤੇ ਤਪਾ ਕਿਉਂਕਿ ਹੈ ਤਾਂ ਲਾਲਚੀ ਸੀ, ਹੁਣੇ ਆਪਾਂ ਢੋਂਗੀਆਂ ਦੀ ਗੱਲ ਪਹਿਲੇ ਸੁਣ ਰਹੇ ਸਾਂ, ਲਾਲਚੀ ਸੀ, ਢੋਂਗੀ ਸੀ, ਤੇ ਉਹਨੇ ਹੁਣ ਸੋੜਿਆ ਵੀ ਇਹ ਬੜੀ ਮਾੜੀ ਗੱਲ ਹੈ ਵੀ ਜੇ ਮੈਂ ਨਹੀਂ ਜਾਂਦਾ ਤੇ 3 ਮੋਹਰਾਂ ਜਿਹੜੀਆਂ ਨੇ ਉਹ ਮੇਰੀਆਂ ਮਾਰੀਆਂ ਜਾਂਦੀਆਂ, ਜੇ ਮੈਂ ਜਾਣਾ ਤੇ ਲੋਕੀ ਮੈਨੂੰ ਠਿੱਠ ਕਰਨਗੇ ਵੀ ਤੂੰ ਤੇ ਸਾਨੂੰ ਕਹਿੰਦਾ ਸੀ ਨਹੀਂ ਜਾਣਾ, ਆਪ ਕਿਵੇਂ ਆ ਗਿਆ। ਖੈਰ ਉਹਨੇ ਸਕੀਮ ਲਗਾਈ ਤੇ ਉਹਨੇ ਕੀ ਕੀਤਾ, ਉਹਨੇ ਆਪਣੇ ਪੁੱਤਰ ਨੂੰ, ਕੋਈ 7-8 ਸਾਲ ਦਾ ਉਹਦਾ ਬੱਚਾ ਸੀਗਾ, ਉਹਨੂੰ ਆਖਣ ਲੱਗਾ ਵੀ ਬੇਟਾ ਵੀ ਉੱਥੇ ਤੂੰ ਲੰਗਰ ਤੇ ਜਾਣਾ, ਲੰਗਰ ਛਕ ਕੇ ਆਉਣਾ ਤੇ ਉਹ ਤੈਨੂੰ 3 ਮੋਹਰਾਂ ਦੇਣਗੇ ਸੋਨੇ ਦੀਆਂ ਮੋਹਰਾਂ, ਤੇ ਸੰਭਾਲ ਕੇ ਲੈ ਆਈ। ਉਹ ਆਖਣ ਲੱਗਾ ਵੀ ਪਾਪਾ ਮੈਂ ਤਾਂ ਜਾਵਾਂਗਾ ਜੇ ਤੂੰ ਮੇਰੇ ਨਾਲ ਜਾਵਾਂ। ਉਹ ਕਹਿਣ ਲੱਗਾ ਤੇਰਾ ਐਸੀ ਕੀ ਸਾਸੀ, ਫਿਰ ਤਾਂ ਮੇਰਾ ਇਹ ਪਾਜ ਸਾਰਾ ਉਗੜ ਜਾਣਾ, ਤੂੰ ਜਾ ਕਾਕਾ। ਬੱਚਾ ਨਹੀਂ ਮੰਨਿਆ। ਫਿਰ ਉਹਨੇ ਚੰਗੀ ਤਰ੍ਹਾਂ ਉਹਨੂੰ ਥੋੜਾ ਪਲਾਸਿਆ ਤੇ ਉਹ ਕਹਿਣ ਲੱਗਾ ਅੱਛਾ ਮੈਂ ਤਾਂ ਜਾਵਾਂਗਾ ਪਾਪਾ ਜੇ ਤੂੰ ਮੈਨੂੰ ਛੱਡ ਕੇ ਆ। ਹੁਣ ਤਪਾ ਵਿਚਾਰਾ ਫੇਰ ਫਸ ਗਿਆ ਵੀ ਛੱਡਣ ਜਾਏਗਾ ਪਤਾ ਲੱਗ ਜਾਏਗਾ। ਉਹਨੇ ਫਿਰ ਦਿਮਾਗ 'ਚ ਆਇਆ ਕਿ ਮੋਹਰਾਂ ਤੇ ਨਹੀਂ ਛੱਡਣੀਆਂ। ਉਹਨੇ ਸਕੀਮ ਲੜਾਈ ਵੀ ਜਿਹੜੀ ਲੰਗਰ ਦੇ ਹਾਲ ਹੈ ਉਹਦੇ ਪਿਛਲੇ ਪਾਸੇ ਜਿਹੜੀ ਜਾਵਾਂਗਾ, ਇਹਨੂੰ ਕੰਧ ਤੋਂ ਟਪਾ ਦਿਆਂਗਾ, ਤੇ ਜੇ ਕੋਈ ਆਖੇਗਾ ਵੀ ਤੇ ਮੈਂ ਕਹਾਂਗਾ ਬੱਚਾ ਆਪਣੇ ਆਪ ਆ ਗਿਆ ਹੁਣ। ਉਹਨੇ ਉਸੇ ਤਰ੍ਹਾਂ ਕੀਤਾ ਵੀ ਕੰਧ ਦੇ ਉੱਤੇ ਬੱਚੇ ਨੂੰ ਚੜਾ ਕੇ ਕਿਹਾ ਤੂੰ ਛਾਲ ਮਾਰ ਦੇ। ਜਿਸ ਵੇਲੇ ਬੱਚੇ ਨੇ ਛਾਲ ਮਾਰੀ ਤੇ ਉਹਨੂੰ ਥੋੜੀ ਜਿਹੀ ਤਕਲੀਫ ਮਹਿਸੂਸ ਹੋਈ, ਉਹਨੇ ਚੀਕ ਮਾਰੀ ਤਾਂ ਸੰਗਤਾਂ ਨੇ ਆ ਕੇ ਬੱਚੇ ਨੂੰ ਚੁੱਕਿਆ, ਪੁੱਛਿਆ ਵੀ ਬੱਚਾ ਤੂੰ ਸਿੱਧੇ ਰਸਤੇ ਕਿਉਂ ਨਹੀਂ ਆਇਆ। ਉਹ ਆਖਣ ਲੱਗਾ ਮੇਰੇ ਭਾਪੇ ਨੇ ਮੈਨੂੰ ਇੱਧਰੋਂ ਦੀ ਭੇਜਿਆ ਸੀ। ਤਾਂ ਉਸ ਦੇ ਪਰਥਾਏ ਇਹ ਜਿਹੜਾ ਸ਼ਲੋਕ ਹੈ ਕਿ ਤਪਾ ਨਾ ਹੋਵੇ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰੇ ਜਜਮਾਲਿਆ,
ਉਹਨੂੰ ਮਾਇਆ ਦਾ ਕੋੜ ਚੜਿਆ ਸੀਗਾ ਤੇ ਹੈ ਬੜਾ ਲੋਭੀ ਸੀ ਤੇ ਅੱਗੋਂ ਦੇ ਸਦਿਆ ਸੱਤੇ ਦੀ ਭਿੱਖਿਆ ਲੈ ਨਹੀਂ। ਜਿਸ ਨੂੰ ਆਦਰ ਸਹਿਤ ਬੁਲਾਇਆ ਸੀ, ਅਨਾਉਂਸਮੈਂਟ ਕੀਤੀ ਸੀ ਕਿ ਸਾਰੇ ਆਓ ਬਈ ਲੰਗਰ ਛਕੋ, ਗੁਰੂ का ਲੰਗਰ ਹੈ, ਉਸ ਵੇਲੇ ਤੇ ਆਇਆ ਨਹੀਂ। ਪਿੱਛੋਂ ਦੇ ਆਣ ਤਪੇ ਪੁੱਤ ਵਿੱਚ ਬਹਾ ਲਿਆ ਔਰ ਪਿੱਛੋਂਲੇ ਪਾਸੇ ਉਹਨੇ ਆ ਕੇ ਤਪੇ ਨੇ ਆਪਣੇ ਪੁੱਤਰ ਨੂੰ ਉੱਥੇ ਵਿੱਚ ਭੇਜਿਆ। ਹੋਇਆ ਕਿ ਤਪੇ ਦਾ ਸਾਰਾ ਪਾਤ ਜਿਹੜਾ ਉਗੜ ਗਿਆ। ਇਹ ਜਿਹੜਾ ਸ਼ਲੋਕ ਹੈ ਇਹਦੇ 4 ਬੰਦ ਨੇ, तो मैं बाकियां दी विचार अर्थ भाव नहीं कर रहा। तो उन्हां विच सारे गल ये है कि सारे उस इलाके दे विच ये गल जिहड़ी फैल गई कि तपे ने इंज कीता है ते तपे दी बहुत भारी बदनामी। तो साध संगत जी ये एक इतिहासक कथा रिलेटेड है। ये मेरे उस्ताद साहब महिंदर सिंह जी जोश उन्हां कोलों मैं सुनी सी ते मैनूं याद है ते मैं आप जी नाल साझी कीती है। तो वीर सुखवीर सिंह जी आप जी दे जो सवाल है ਉਹਦਾ उत्तर मैं आस रखदा आप जी ਨੂੰ मिल गया। तो संगत ਨੂੰ ਇੱਕ ਵਾਰੀ ਬੇਨਤੀ ਹੈ ਫਿਰ ਸਾਧ ਸੰਗਤ ਜੀ ਵੀ ਕਿਰਪਾ ਕਰਕੇ ਆਪਣੀ ਫੀਡਬੈਕ ਜਿਹੜੀ ਹੈ ਉਹ ਜ਼ਰੂਰ ਦਿਆ ਕਰੋ, ਆਪਣੇ ਸਵਾਲ ਭੇਜਿਆ ਕਰੋ। ਸੰਗਤ ਵਿੱਚ ਇੱਕ ਨਵੀਂ ਆਈਡੀ ਮੈਨੂੰ ਦਿਸ ਰਹੀ ਹੈ ਸਾਧ ਸੰਗਤ ਜੀ, ਮੈਂ ਨਾਲ ਹੀ ਜੇ ਕਹਿ ਦਿਆਂ ਕਿ 6346CA22 ਆਈਡੀ ਹੈ 6346CA22। ਜਿਨ੍ਹਾਂ ਦੀ ਆਈਡੀ ਹੈ ਉਹ ਕਿਰਪਾ ਕਰਕੇ ਆਪਣੇ ਆਪ ਨੂੰ ਅਨਮਿਊਟ ਕਰ ਲਓ ਜੀ ਔਰ ਸੰਗਤ ਨਾਲ ਫਤਿਹ ਸਾਂਝੀ ਕਰ ਲਓ। अगर इन्हां तो अलावा कोई होर भी वीर भैन संगत च नवां जुड़िया तो उन्होंने भी बेनती है बई वो कृपा करके अनम्यूट कर लो और संगत विच अपनी इंट्रोडक्शन दे दी। तो साध संगत मैं फिर एक बारी आप जी का और सारे पैनल मैंबर्स का धन्यवाद करदा जिन्हां ने इस सारे प्रोग्राम नूं सिरे चढ़ाया। तो आप सब नूं बेनती करदा भी कृपा करके जद भी आप जी के मन में कोई सवाल कोई सुझाव आंदा सानूं इमीडिएटली तुसीं जरूर भेजिया करो ਤਾਂ ਜੇ ਅਸੀਂ ਉਹਨਾਂ ਦੇ ਉੱਤਰ ਸਮੇਂ ਸਿਰ ਬਣਾ ਕੇ ਆਪ ਜੀ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰੀਏ। तो ਸਾਧ ਸੰਗਤ ਸਾਰਿਆਂ ਦੇ ਇੱਕ ਵਾਰੀ ਫੇਰ ਬੜਾ ਬਹੁਤ ਬਹੁਤ ਧੰਨਵਾਦ। ਅਗਲੇ ਸੋਮਵਾਰ ਫਿਰ ਇਸੇ ਤਰ੍ਹਾਂ ਇਹ ਆਪ ਜੀ ਦੇ ਭੇਜੇ ਸਵਾਲਾਂ ਨੂੰ ਲੈ ਕੇ ਆਪ ਦੇ ਸਨਮੁਖ ਹੋਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।